ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਕੀ ਹਾਲ ਨੇ ਜੀ? ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ। ਅਤੇ ਅੱਜ ਭਾਈ ਆਪਾਂ ਲੈ ਕੇ ਆਏ ਹੈਗੇ FCI ਵਾਲਿਆਂ ਵਾਸਤੇ, PTSSB ਕਲਰਕ ਵਾਸਤੇ ਅਤੇ ਆਂਗਣਵਾੜੀ ਵਾਲੇ ਬੱਚਿਆਂ ਵਾਸਤੇ, ਜਾਂ ਪੰਜਾਬ 'ਚ ਕੋਈ ਵੀ ਪੇਪਰ ਦੇਣਾ ਸਾਰਿਆਂ ਵਾਸਤੇ ਆਪਾਂ ਮੈਥ ਦਾ ਲੈਕਚਰ ਲੈ ਕੇ ਆਏ। ਮੈਥ ਦਾ ਲੈਕਚਰ ਨੰਬਰ ਹੈਗਾ ਤੀਸਰਾ, ਅਤੇ ਇੱਕ ਰੇਸ਼ੋ ਦਾ ਲੈਕਚਰ ਹੋਰ ਲੱਗਣਾ ਆਪਣਾ ਕੱਲ੍ਹ ਨੂੰ। ਠੀਕ ਹੈ, ਇਹਦੇ ਨਾਲ ਆਪਣੀ ਰੇਸ਼ੋ ਭਾਈ ਜਮਾਂ ਕੰਪਲੀਟ ਹੋ ਜੂਗੀ। ਇੱਕ ਮੈਂ ਦੇਖੋ ਸਾਰੇ ਬੱਚੇ ਨੂੰ ਸਲਾਹ ਦੇਣੀ ਚਾਹੁੰਦਾ ਗਾ, ਮੰਨਣੀ ਜਾਂ ਨਾ ਮੰਨਣੀ ਤੁਹਾਡੀ ਮਰਜ਼ੀ ਹੈ। ਅਤੇ ਜਿਹੜੇ ਬੱਚੇ ਨੇ ਵੀ ਪੇਪਰ ਕਲੀਅਰ ਕਰਨਾ ਗਾ, ਠੀਕ ਹੈ, ਤੁਹਾਨੂੰ ਮੈਂ ਆਈ ਵਾਰੀ ਹਰੇਕ ਵੀਡੀਓ ਦੇ ਵਿੱਚ ਇਹ ਗੱਲ ਕਹਿਣਾ ਹੁੰਦਾ ਕਿ ਜਿਹੜੇ ਬੱਚੇ ਨੇ ਪੇਪਰ ਕਲੀਅਰ ਕਰਨਾ ਭਾਈ, ਇਹਨੂੰ ਕੀ ਹੋ ਗਿਆ, ਇੱਕ ਮਿੰਟ, ਜਿਹੜੇ ਬੱਚੇ ਨੇ ਪੇਪਰ ਕਲੀਅਰ ਕਰਨਾ ਗਾ, ਤੁਸੀਂ ਸਭ ਤੋਂ ਪਹਿਲਾਂ ਦੋ ਚੀਜ਼ਾਂ ਦੇ ਫੋਕਸ ਬਣਾ ਕੇ ਰੱਖੋ। ਸਭ ਤੋਂ ਜ਼ਿਆਦਾ ਮੈਥ, ਰੀਜ਼ਨਿੰਗ ਪਲੱਸ ਕੰਪਿਊਟਰ, ਪੰਜਾਬ GK, ਪੰਜਾਬੀ ਲੈਂਗੁਏਜ। ਇੰਗਲਿਸ਼ ਤਾਂ ਮੈਨੂੰ ਤਾਂ ਆਪਣੀ ਪਤਾ ਹੀ ਹੈ ਕਹੇ ਜੀ ਹੈ, ਅਤੇ ਜੇ ਕਿਸੇ ਬੱਚੇ ਦੀ ਵਧੀਆ ਹਾਈ ਹੈ ਤਾਂ ਵੈਰੀ ਗੁੱਡ। ਅਤੇ ਪਲੱਸ ਜਿਹੜੀ ਜਿਹੜੀ ਆਪਣੀ ਇੰਡੀਆ ਹਿਸਟਰੀ ਹੈਗੀ ਉਹ 'ਚ ਆਪਾਂ ਮੇਨ ਚੀਜ਼ ਹੀ ਕਰਾਂਗੇ। ਜਿਹੜੇ ਆਪਣੇ ਲੈਕਚਰ ਲੱਗੇ ਹੋਏ ਆ ਫੰਡਾਮੈਂਟਲ ਐਡ ਦੇ ਸਾਰੇ ਬੱਚੇ ਉਹ ਲਾ ਲੈਣ। ਠੀਕ ਹੈ, ਮੈਥ 'ਤੇ ਕਿਉਂਕਿ ਵੱਧ ਜੋ ਲੱਗੂਗੀ, ਮੈਥ ਕਦੇ ਵੀ ਬਾਹਰੋਂ ਨਹੀਂ ਆਉਂਦਾ ਹੁੰਦਾ। ਰੀਜ਼ਨਿੰਗ ਦੇ ਵੀ ਤੁਹਾਡੇ ਲੈਕਚਰ ਪਰਸੋਂ ਤੋਂ ਸ਼ੁਰੂ ਹੋ ਲੱਗਣੇ। ਠੀਕ ਹੈ, ਹੁਣ ਕੱਲ੍ਹ ਮੈਂ ਜਿਹੜੇ ਪ੍ਰਸ਼ਨ ਕਰਵਾਏ ਸੀ ਉਹ 'ਚ ਅੱਧੇ ਬੱਚਿਆਂ ਨੂੰ ਕਨਫਿਊਜ਼ਨ ਹੈਗੀ। ਠੀਕ ਹੈ, ਪਹਿਲਾਂ ਉਹਨਾਂ ਬੱਚਿਆਂ ਦੇ ਆਪਾਂ ਨਾਂ ਲਵਾਂਗੇ ਕਿਹੜੇ ਕਿਹੜੇ ਬੱਚਿਆਂ ਨੂੰ ਕੱਲ੍ਹ ਇਹਦੇ 'ਚ ਪ੍ਰੋਬਲਮ ਲੱਗੀ ਹੈਗੀ। ਅਤੇ ਇੱਕ ਬੱਚੇ ਦਾ ਆਇਆ ਅਮਨ ਖਰੋੜ ਦਾ ਮੈਸੇਜ ਆਇਆ ਗਾ, ਕਹਿੰਦਾ ਭਾਈ ਕਿ ਮੈਨੂੰ 23, 24, 25 ਪ੍ਰਸ਼ਨ ਸਮਝ ਨਹੀਂ ਆਇਆ। ਕੋਈ ਗੱਲ ਨਹੀਂ ਬੱਚੇ, ਆਪਾਂ ਕਰਦੇ ਹਾਂ 23, 24, 25। ਇਸ ਤੋਂ ਬਾਅਦ ਇੱਕ ਬੱਚੇ ਨੇ ਕਿਹਾ ਹੈਗਾ ਮਨਜੋਤ ਗਿੱਲ ਨੇ, ਕਹਿੰਦਾ 12 ਨੰਬਰ ਨਹੀਂ ਸਮਝ ਆਇਆ। ਠੀਕ ਹੈ, 23, 24, 25 ਹੋ ਗਏ, 12 ਨੰਬਰ ਨਹੀਂ ਆਇਆ ਸਮਝ। ਠੀਕ ਹੈ, ਅਤੇ ਇੱਕ 14ਵੇਂ ਸਵਾਲ 'ਚ ਕਹਿੰਦੇ ਗਲਤੀ ਸੀ, ਕਹਿੰਦੇ 15 ਮਾਈਨਸ 25 6 ਹੁੰਦੇ ਹੈਗੇ, ਉਹ 6 ਆਉਂਦਾ ਗਾ, ਤੁਸੀਂ 7 ਲਿਖਤਾ। ਠੀਕ ਹੈ ਬੱਚੇ, ਇਹ ਕੀ ਵੀ ਕਨਫਿਊਜ਼ਨ ਹੋ ਜਾਂਦੀ ਹੈ। ਤੁਹਾਨੂੰ ਪਤਾ ਕਿਵੇਂ ਜਿਹੜੀ ਔਖੀ ਚੀਜ਼ ਹੁੰਦੀ ਉਹ ਤਾਂ ਸਹੀ ਕਰ ਦਿੰਦਾ, ਸੌਖੀ ਚੀਜ਼ ਦੇ ਵਿੱਚ ਅਕਸਰ ਪ੍ਰੋਬਲਮ ਹੋ ਜਾਂਦੀ ਹੈ। ਠੀਕ ਹੈ, 14 ਨੰਬਰ ਦੀ ਬਹੁਤ ਆ ਰਹੀ ਸੀ ਬੱਚਿਆਂ ਨੂੰ। ਇੱਕ ਜਿਹੜਾ ਬੱਚਾ ਸੀ 14 ਨੰਬਰ ਗਿਆ ਸੀ ਨਵ। ਠੀਕ ਹੈ, ਇਸ ਤੋਂ ਬਾਅਦ ਜਗਜੀਤ ਸਿੰਘ ਨੇ ਵੀ 14 ਨੰਬਰ ਕਿਹਾ ਹੈਗਾ। ਇਸ ਤੋਂ ਬਾਅਦ ਸੁਖਵਿੰਦਰ ਸਿੱਧੂ ਦਾ ਮੈਸੇਜ ਆਇਆ ਸੀ 21 ਲਾਸਟ ਵਿੱਚ ਲਿਖਿਆ ਸੀ ਤੁਸੀਂ 20 ਸੈਲਰੀ, ਮਤਲਬ ਠੀਕ ਹੈ ਬੱਚੇ, ਦੱਸ ਦਿਨਾਂ ਤੁਹਾਨੂੰ ਇਹ ਵੀ ਕਰਵਾਉਂਦਾ ਸੁਖਵਿੰਦਰ ਸਿੰਘ। ਇਸ ਤੋਂ ਬਾਅਦ ਆਰਤੀ ਰਾਣੀ ਦਾ ਮੈਸੇਜ ਆਇਆ, ਕਹਿੰਦੇ 25। ਡਾਕਟਰ ਰਾਮ ਨੇ ਜੋੜਾ ਲਾਇਆ 24, 25 ਦੁਬਾਰਾ। ਇੱਕ ਬੱਚੇ ਨੇ ਕਿਹਾ ਨਾ 7, 10 ਤੁਸੀਂ 7, 8 ਰੇਸ਼ੋ ਕਿਉਂ ਲਗਾਇਆ ਹੈ ਜੀ? ਕੋਈ ਗੱਲ ਨਹੀਂ ਰਾਜੇ, ਤੁਹਾਨੂੰ ਦੱਸ ਦਾਂਗਾ। ਰਾਏ ਸਾਹਿਬ ਅਤੇ ਇੱਕ ਆਇਆ ਸੀ ਆਰਤੀ ਰਾਣੀ ਦੁਬਾਰੇ ਫਿਰ ਮੈਸੇਜ ਆ ਗਿਆ ਇਹਨਾਂ ਦਾ। ਠੀਕ ਹੈ, ਅਤੇ ਰਾਣਾ ਭੰਗੂ ਦੀ ਵੀ ਇਹੀ ਡਿਮਾਂਡ ਆ ਕਿ 23, 24, 25 ਦੁਬਾਰੇ ਕਰਵਾਇਆ ਜਾਵੇ। ਅਤੇ ਜੀ ਸਟੋਰੀ ਵਾਲੇ ਬੱਚੇ ਨੇ ਵੀ ਕਿਹਾ ਹੈਗਾ। ਠੀਕ ਹੈ, ਇੰਦਰਪਾਲ ਦਾ ਮੈਸੇਜ ਆਇਆ ਸੀ, ਮਨਦੀਪ ਕੌਰ ਅਤੇ ਸਨੀ ਜੱਸਲ 24 ਮੈਂ ਕਹਿੰਦਾ ਦੁਬਾਰਾ ਕਰਵਾ ਦਿਓ ਜੀ। ਅਤੇ ਜਸਵੀਰ ਕੌਰ ਕਹਿੰਦੀ ਥੈਂਕਸ। ਅਤੇ ਇਹ ਨਾ ਬੱਚੋ ਯਾਰ ਨਾਂ ਲੈਣਾ ਜ਼ਰੂਰੀ ਹੈਗਾ ਬੱਚਿਆਂ ਦਾ। ਇੱਕ ਸੁੱਖ ਗੇਮਿੰਗ 8 ਤੋਂ 12 ਕਮਾਚਲ ਸਮਝਾਓ ਜੀ, ਓਕੇ। 14ਵਾਂ ਜੀ ਆਇਆ ਨਹੀਂ, 14ਵੇਂ 6 ਆਉਂਦਾ ਸਹੀ ਹੈ ਤਾਂ ਜੀ, ਕੋਈ ਚੱਕਰ ਨਹੀਂ, ਮੈਨੂੰ ਪਤਾ ਲੱਗ ਗਿਆ। ਸਤਨਾਮ ਝੱਬਾ, ਅਮਨਦੀਪ ਕੌਰ ਏਜ ਵਾਲੀ ਨਹੀਂ ਸਮਝ ਆ ਰਹੇ ਕਹਿੰਦੇ। ਅਤੇ ਹਰਜਿੰਦਰ ਥਿੰਦ 23, 24, 25 ਦੀ ਬਹੁਤ ਡਿਮਾਂਡ ਆ ਰਹੀ ਹੈ 23, 24, 25 ਦੀ। ਗਗਨਦੀਪ ਕੌਰ ਹੋ ਗਈ, ਅਤੇ ਹੋਰ ਵੀ ਬਹੁਤ ਸਾਰੇ ਬੱਚੇ ਜਿਹਨਾਂ ਦੇ ਕਮੈਂਟ ਭਾਈ ਫਿਰ ਅੱਧੇ ਦੇ ਆਪਾਂ ਨਾਂ ਕੱਲ੍ਹ ਨੂੰ ਲਵਾਂਗੇ। ਠੀਕ ਹੈ, ਜਿੰਨੇ ਦੇ ਅੱਜ ਹੋ ਗਏ ਤਾਂ ਵੈਰੀ ਗੁੱਡ। ਅਤੇ ਅਮਨਦੀਪ ਸਿੰਘ ਹੋ ਗਿਆ ਆਪਣਾ, ਰੁਪਿੰਦਰ ਬਾਠ, ਅਤੇ ਸਤਨਾਮ ਸਿੰਘ ਦਾ ਮੈਸੇਜ ਆਇਆ ਸੀ ਨਵ ਦਾ। ਨਵ ਕਹਿੰਦਾ ਵਾਈਬ੍ਰੇਸ਼ਨ ਸਾਨੂੰ ਪਤਾ ਨਹੀਂ ਚੱਲਿਆ ਕਿਵੇਂ ਆਇਆ। ਠੀਕ ਹੈ, ਅਤੇ ਚਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣਾ। ਪਹਿਲਾਂ ਤਾਂ ਆਪਾਂ ਕਰੀਏ 23, 24, 25। 23, 24, 25 ਦੇਖੋ ਬੱਚਿਓ, ਧਿਆਨ ਨਾਲ ਸਮਝੋ ਚੀਜ਼। ਇਸੇ ਪ੍ਰਸ਼ਨ ਨੇ ਤੁਹਾਨੂੰ ਪਾਸ ਕਰਾਉਣਾ ਗਾ, ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਕਿਉਂਕਿ ਜਦੋਂ ਆਪਾਂ ਇਹ ਚੰਗੀ ਤਰ੍ਹਾਂ ਕਰ ਲਿਆ, ਤੁਹਾਨੂੰ ਪਤਾ ਕਿ ਆਪਾਂ ਰੇਸ਼ੋ ਵਾਲਾ ਮੈਥਡ ਹੀ ਵਰਤਣਾ ਸਾਰੇ ਵਿੱਚ। ਠੀਕ ਹੈ, ਅਤੇ ਆਸ਼ੂ ਨੇ ਵੀ ਕਿਹਾ ਭਾਈ, ਅਤੇ ਇੱਕ ਰਮਨ ਨੇ ਵੀ ਕਿਹਾ ਕਿ ਥੈਂਕ ਯੂ ਸਰ। ਅਤੇ ਇੱਕ ਰਾਜਪੂਤ ਗਰਲ 23, 24, 25 ਦੀ। 23, 24, 25 ਦੀ ਬਹੁਤ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਨਾ। ਅਤੇ ਚਲੋ ਕਰਦੇ ਹਾਂ ਸ਼ੁਰੂ। ਅਤੇ ਚਲੋ ਜੀ, ਅਤੇ ਦੋ ਭਰਾਵਾਂ ਦੀ ਵਰਤਮਾਨ ਉਮਰ ਦਾ ਅਨੁਪਾਤ 4:5 ਹੈ। ਦੇਖੋ ਬੱਚੋ, ਕਹਿਣ ਦਾ ਮਤਲਬ ਕਿ 4:5 ਦਾ ਮਤਲਬ ਕੀ ਹੁੰਦਾ ਹੈਗਾ, ਇੱਕ ਕੋਲ ਦਾ 4 ਹਿੱਸੇ ਉਮਰ ਦੇ, ਇੱਕ ਦੇ 5 ਹਿੱਸੇ ਉਮਰ ਦੇ। ਠੀਕ ਹੈ, 4:5 ਤੁਹਾਨੂੰ ਦੱਸਿਆ ਕਿ 4:5 ਨੂੰ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਅਤੇ ਇਹ ਸੰਖਿਆ ਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ। ਕੋਈ ਫਰਕ ਨਹੀਂ ਹੈਗਾ ਦੋਨੇ ਚੀਜ਼ਾਂ ਦੇ ਵਿੱਚ। ਓਕੇ, ਦੋਨੇ ਚੀਜ਼ਾਂ ਦੇ ਵਿੱਚ ਕੀ ਨਹੀਂ ਹੈਗਾ, ਕੋਈ ਫਰਕ ਨਹੀਂ ਹੈਗਾ। ਅਤੇ ਹੁਣ ਜਿਹੜੀ ਮੇਨ ਗੱਲ ਹੈਗੀ ਜਿੱਥੇ ਬੱਚਿਆਂ ਨੂੰ ਉਲਝਣ ਪੈ ਰਹੀ ਹੈ, ਉਹ ਪੈ ਰਹੀ ਹੈ ਕਿ ਅਸੀਂ ਕਰੀਏ ਕਿਵੇਂ ਸਵਾਲ। ਇਹ ਥੋੜ੍ਹਾ ਮੈਥਡ ਲੰਬਾ ਵਗ ਜਾਂਦਾ, ਬਾਕੀ ਮੈਥ ਆ ਭਾਈ। ਠੀਕ ਹੈ, ਨੰਬਰ ਵੀ ਇਸ ਨਹੀਂ ਬਣਾਉਣੇ ਆ ਅਤੇ ਘਟਾਉਣੇ ਵੀ ਇਸ ਨਹੀਂ ਹੈ। ਦੋ ਭਰਾਵਾਂ ਦੀ ਵਰਤਮਾਨ, ਇੱਕ ਵੀਡੀਓ ਲਾਈਕ ਜ਼ਰੂਰ ਕਰਦਿਆ ਕਰੋ, ਲਾਈਕ
ਸ਼ੇਅਰ ਤੇ ਆਪਣੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਪੂਰਾ ਵਧੀਆ ਬੈਚ ਲੈ ਕੇ ਆਊਂਗਾ ਤੁਹਾਡੇ ਵਾਸਤੇ ਯਾਰ, ਮੈਥ ਦਾ ਟੈਨਸ਼ਨ ਨਾ ਲਓ। ਦੋ ਭਰਾਵਾਂ ਦੀ ਵਰਤਮਾਨ ਉਮਰ ਦਾ ਅਨੁਪਾਤ ਕਿੰਨਾ ਗਾ? 4:5। ਕਹਿੰਦਾ ਵੀ ਇੱਕ ਦੀ ਉਮਰ ਤਾਂ 4 ਹਿੱਸੇ 5 ਹੈ, ਠੀਕ ਹੈ। 9 ਸਾਲ ਪਹਿਲਾਂ ਉਹਨਾਂ ਦੀ ਉਮਰ ਦਾ ਅਨੁਪਾਤ ਕਿੰਨਾ ਸੀ? ਅੱਜ ਤੋਂ 9 ਸਾਲ ਆਪਾਂ ਪਿੱਛੇ ਚਲੇ ਜਾਂਦੇ ਹਾਂ। ਤੀਨ ਨਿਸ਼ਾਨ ਗਲਤ ਬਣ ਗਏ। 9 ਸਾਲ ਪਿੱਛੇ, ਠੀਕ ਹੈ। 9 ਸਾਲ ਜਦੋਂ ਪਿੱਛੇ ਗਏ, ਇੱਥੇ ਲਿਖ ਲਿਆ ਕਰੋ 9 ਸਾਲ, ਨਾਲ ਮਾਈਨਸ ਲਾ ਲਿਆ ਕਰੋ, ਤਾਂ ਇਹ ਪਤਾ ਲੱਗ ਜਾਂਦਾ ਕਿ ਆਪਾਂ ਪਿੱਛੇ ਗਏ ਹਾਂ। ਤਾਂ ਜਦੋਂ 9 ਸਾਲ ਪਿੱਛੇ ਗਏ, ਇਹਨਾਂ ਦੀ ਉਮਰਾਂ ਦਾ ਅਨੁਪਾਤ ਕਿੰਨਾ ਰਹਿ ਗਿਆ? 1:2 ਰਹਿ ਗਿਆ। ਕਹਿੰਦੇ 3 ਸਾਲਾਂ ਬਾਅਦ ਉਹਨਾਂ ਦੀ ਉਮਰ ਦਾ ਅਨੁਪਾਤ ਕੀ ਹੋਊਗਾ? ਇੱਥੇ ਪੁੱਛ ਲਿਆ, ਕਹਿੰਦੇ 3 ਸਾਲਾਂ ਬਾਅਦ ਉਮਰ ਨਹੀਂ ਪੁੱਛੀ, ਅਨੁਪਾਤ ਪੁੱਛ ਲਿਆ ਕਿ ਅਨੁਪਾਤ ਕਿੰਨਾ ਹੋਊਗਾ ਇੱਥੇ। ਹੁਣ ਇੱਕ ਚੀਜ਼ ਤੁਸੀਂ ਸਭ ਤੋਂ ਪਹਿਲਾਂ ਮੇਨ ਯਾਦ ਰੱਖਿਆ ਕਰੋ, ਜਿਹੜੀ ਤੁਹਾਨੂੰ ਸਮਝਾਉਣ ਲੱਗਿਆ, ਹੁਣ ਕੰਨ ਖੋਲ ਲਿਓ ਆਪਦੇ, ਠੀਕ ਹੈ। ਸਭ ਤੋਂ ਪਹਿਲਾਂ ਆਹ ਚੀਜ਼ ਦਾ ਗੈਪ ਚੈੱਕ ਕਰਨਾ ਆਪਾਂ। ਗੈਪ 1 ਤੋਂ 2 ਬਣ ਰਿਹਾ, 4 ਤੋਂ 5 ਬਣ ਰਿਹਾ। ਕਿੰਨੇ ਦਾ ਗੈਪ ਹੈ? 1 ਦਾ ਗੈਪ ਹੈ। ਉਨਾ ਗੈਪ ਹੀ ਤਾਂ ਜਾ ਰਿਹਾ, ਉਨਾ ਗੈਪ ਹੀ ਥੱਲੇ ਜਾ ਰਿਹਾ। ਤਾਂ ਆਪਾਂ ਕੁਛ ਵੀ ਨਹੀਂ ਕਰਨਾ, ਬਸ ਇੱਥੇ ਆਪਣਾ ਸਵਾਲ ਨਿਕਲ ਜਾਂਦਾ ਹੁੰਦਾ। ਤਾਂ ਗੈਪ ਕੁਛ ਨਹੀਂ ਕਰਨਾ। ਹੁਣ ਆਪਾਂ ਨੂੰ ਪਤਾ ਲੱਗ ਗਿਆ ਇੱਥੇ 1 ਤੋਂ 2 ਬਣ ਰਿਹਾ, ਇੱਥੇ 4 ਤੋਂ 5 ਬਣ ਰਿਹਾ। ਜਦੋਂ ਆਪਾਂ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਤਾਂ ਬਸ ਸਾਰਾ ਸਵਾਲ ਕਲੀਅਰ ਹੋ ਗਿਆ। ਹੁਣ ਤੁਸੀਂ ਕੁਛ ਨਹੀਂ ਕਰਨਾ। ਜੇ ਤੁਸੀਂ ਆਹ ਗੈਪ ਬਰਾਬਰ ਹੋ ਗਿਆ, ਠੀਕ ਹੈ, ਹੱਦ ਗੈਪ, ਤਾਂ ਆਹ ਗੈਪ ਆਟੋਮੈਟਿਕਲੀ ਬਰਾਬਰ ਹੋ ਜਾਣਾ। 1 ਤੋਂ 4 ਬਣ ਰਿਹਾ, ਕਿੰਨੇ ਦਾ ਫਰਕ ਪੈ ਰਿਹਾ? 3 ਦਾ। 2 ਤੋਂ 5 ਬਣ ਰਿਹਾ, 3 ਦਾ ਫਰਕ ਪੈ ਰਿਹਾ। ਬਸ ਜਦੋਂ ਆਹ ਗੈਪ ਬਰਾਬਰ ਹੋ ਗਿਆ, ਆਹ ਗੈਪ ਤਾਂ ਆਟੋਮੈਟਿਕਲੀ ਬਰਾਬਰ ਹੋ ਜਾਣਾ, ਠੀਕ ਹੈ। ਫਿਰ ਇਹ ਤੋਂ ਬਾਅਦ ਕੀ ਕਰਨਾ ਕਿ 1 ਤੋਂ ਕੀ ਬਣ ਰਿਹਾ? 4 ਬਣ ਰਿਹਾ, 2 ਤੋਂ 5 ਬਣ ਰਿਹਾ। ਜਦੋਂ ਆਹ ਗੈਪ ਬਰਾਬਰ ਹੋ ਗਿਆ ਨਾ, ਤੇ ਆਹ ਗੈਪ ਜਿਹੜਾ ਤੁਹਾਨੂੰ ਦੁਬਾਰੇ ਦੱਸ ਰਿਹਾ, ਇਹ ਗੈਪ ਆਪਣੇ ਆਪ ਹੀ ਬਰਾਬਰ ਹੋ ਜਾਣਾ 2 ਤੋਂ 5 ਦਾ, 1 ਤੋਂ 4 ਦਾ, ਠੀਕ ਹੈ। ਇਹ ਚੀਜ਼ ਬਣ ਗਈ ਆਪਣੇ ਕੋਲ। ਦੁਬਾਰੇ ਧਿਆਨ ਨਾਲ ਸੁਣ ਲਓ। 1 ਤੋਂ 2 ਹੋ ਗਿਆ, 4 ਤੋਂ 5 ਹੋ ਗਿਆ, ਗੈਪ ਬਰਾਬਰ ਆ ਦੋਨਾਂ ਦੇ ਵਿੱਚ। ਤਾਂ ਜਦੋਂ ਉਹ ਗੈਪ ਬਰਾਬਰ ਹੋਊਗਾ ਤਾਂ ਆਹ ਗੈਪ ਵੀ ਨੀਲੇ ਵਾਲਾ ਵੀ ਬਰਾਬਰ ਹੋ ਜਾਊਗਾ। ਕਹਿੰਦੇ 1 ਤੋਂ 4 ਤੱਕ ਕਿੰਨੇ ਦਾ ਫਰਕ ਪੈ ਗਿਆ? 3 ਹਿੱਸੇ ਦਾ ਫਰਕ ਪੈ ਗਿਆ। 2 ਤੋਂ 5 ਤੱਕ ਕਿੰਨੇ ਹਿੱਸੇ ਦਾ ਫਰਕ ਪੈ ਗਿਆ? 3 ਹਿੱਸੇ ਦਾ ਫਰਕ ਪੈ ਗਿਆ। ਕਿੱਥੋਂ ਤੱਕ ਆਉਂਦਿਆਂ ਦਾ ਫਰਕ ਪੈ ਗਿਆ? 4 ਤੱਕ, ਅਤੇ ਇੱਧਰੋਂ ਫਰਕ ਪੈ ਗਿਆ 5 ਤੱਕ ਆਉਂਦਿਆਂ ਦਾ, ਠੀਕ ਹੈ। ਅਤੇ 3 ਹਿੱਸਿਆਂ ਦੇ ਫਰਕ ਪੈਣ ਨਾਲ ਕਿੰਨੇ ਸਾਲਾਂ ਦਾ ਫਰਕ ਪੈ ਰਿਹਾ? 3 ਹਿੱਸਿਆਂ ਦੇ ਫਰਕ ਪੈਣ ਨਾਲ ਕਿੰਨੇ ਫਰਕ ਪੈ ਰਿਹਾ? 9 ਸਾਲਾਂ ਦਾ। 3 ਹਿੱਸੇ ਕਾਹਦੇ ਬਰਾਬਰ ਹੋ ਗਏ? 9 ਸਾਲਾਂ ਦੇ ਬਰਾਬਰ ਹੋ ਗਏ। 1 ਹਿੱਸਾ ਕਾਹਦੇ ਬਰਾਬਰ ਹੋ ਗਿਆ? 3 ਸਾਲਾਂ ਦੇ ਬਰਾਬਰ ਹੋ ਗਿਆ। ਕਹਿਣ ਦਾ ਮਤਲਬ ਕਿ 1 ਹਿੱਸੇ ਦੀ ਵੈਲੂ 3 ਹੈਗੀ। 1 ਹਿੱਸੇ ਦੀ ਵੈਲੂ 3 ਹੈ। ਇਹ ਕਹਿੰਦੇ 3 ਸਾਲਾਂ ਬਾਅਦ ਰੇਸ਼ੋ ਕੀ ਹੋਊਗੀ? ਜਦੋਂ ਆਪਾਂ ਨੂੰ ਪਤਾ ਕਿ 1 ਹਿੱਸੇ ਦੀ ਵੈਲੂ ਤੋਂ 3 ਹੈ, ਤਾਂ ਇੱਥੇ 4 5 ਦਿੱਤਾ ਵਾ, 1 ਹਿੱਸੇ ਦੇ ਵਿੱਚ ਜੋੜ ਦਿਓ, ਇੱਥੇ ਹੋ ਜੂ 5, 1 ਹਿੱਸੇ ਦੇ ਵਿੱਚ ਜੋੜ ਦਿਓ, ਇੱਥੇ ਹੋ ਜੂਗਾ 6। ਕਹਿੰਦਾ ਮਤਲਬ ਕਿ 5 ਤੇ 6 ਦਾ ਅਨੁਪਾਤ ਆ ਜੂਗਾ। 3 ਸਾਲ ਕਦੇ ਬਰਾਬਰ ਹੈ? 1 ਹਿੱਸੇ ਦੇ ਬਰਾਬਰ ਹੈ। ਆਹ ਚੀਜ਼ ਸੀ, ਥੋੜ੍ਹਾ ਜਿਹਾ ਦਿਮਾਗ ਲਾਓ। ਥੋੜ੍ਹਾ ਆਪਾਂ ਜਦੋਂ ਅਗਲਾ ਕਰਾਂਗੇ ਤੁਹਾਨੂੰ ਹੋਰ ਵੀ ਸਮਝ ਆ ਜਾਊਗਾ। ਦੇਖੋ 6 ਸਾਲ ਪਹਿਲਾਂ ਖਾਨ ਅਤੇ ਸੁਹੇਲ ਦੀ ਉਮਰ ਦਾ ਅਨੁਪਾਤ ਕਿੰਨਾ ਸੀ? 3:4 ਸੀ। 6 ਸਾਲ ਪਹਿਲਾਂ ਦੀ ਗੱਲ ਕਰ ਰਹੇ ਆ, ਅਤੇ ਅੱਜ ਤੋਂ 2 ਸਾਲ ਬਾਅਦ ਉਹਨਾਂ ਦੀ ਉਮਰ ਦਾ ਅਨੁਪਾਤ ਇੰਨਾ ਗਾ। ਵਰਤਮਾਨ ਉਮਰ ਦੱਸਣੀ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਕਿੰਨੀ ਉਮਰ ਹੈ ਉਹਨਾਂ ਦੀ। ਤਾਂ ਅੱਜ ਦੇ ਟਾਈਮ ਦੇ ਵਿੱਚ ਕਿਹਦੀ ਉਮਰ ਪੁੱਛ ਰਿਹਾ? ਖਾਨ ਅਤੇ ਸੁਹੇਲ, 2 ਬੰਦੇ ਹੀ ਅੱਜ ਦੀ ਵਰਤਮਾਨ ਉਮਰ। ਕਹਿੰਦੇ ਅੱਜ ਤੋਂ 6 ਸਾਲ ਪਹਿਲਾਂ, ਤਾਂ ਮੈਥਸ ਕਰ ਦਿਓ, ਉਹਨਾਂ ਦੀ ਉਮਰ ਦਾ ਅਨੁਪਾਤ ਕਿੰਨਾ ਸੀ? 3:4 ਸੀ। ਅਤੇ ਅੱਜ ਤੋਂ 2 ਸਾਲ ਬਾਅਦ ਉਹਨਾਂ ਦੀ ਉਮਰ ਦਾ ਅਨੁਪਾਤ ਕਿੰਨਾ ਹੋ ਗਿਆ? 7:8 ਹੋ ਗਿਆ। ਬਸ ਆਹ ਰੌਲਾ ਸੀ ਸਾਰਾ। ਬਸ ਆਹ ਚੀਜ਼ ਤਾਂ ਬਣਾ ਹੀ ਲਓਗੇ। ਹੁਣ ਮੰਗ ਤਾਂ ਕੁਛ ਰਹਿ ਨਹੀਂ ਗਿਆ। ਹੁਣ ਸਾਰੀ ਗੱਲ ਬਣ ਗਈ। ਖਾਨ ਅਤੇ ਸੁਹੇਲ ਦਾ ਆਪਾਂ ਕੱਢਣਾ ਗਾ ਕੀ ਹਿਸਾਬ ਕਿਤਾਬ ਆ ਰਿਹਾ ਦੋਨਾਂ ਦਾ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਗਾ, ਤੁਹਾਨੂੰ ਕੀ ਦੱਸਿਆ ਹੋਇਆ ਮੈਂ ਕਿ ਰੇਸ਼ੋ ਪਹਿਲਾਂ ਤਾਂ ਇਹਨਾਂ ਦਾ ਡਿਫਰੈਂਸ ਬਰਾਬਰ ਕਰਨਾ ਹੈ। ਕਿੰਨੇ ਦਾ ਫਰਕ ਪੈ ਰਿਹਾ? 3 ਤੋਂ 4 ਦਾ। 1 ਰੇਸ਼ੋ ਦਾ ਫਰਕ ਪੈ ਰਿਹਾ, ਥੱਲੇ 7 ਤੋਂ 8 ਦਾ ਰੇਸ਼ੋ ਫਰਕ ਪੈ ਰਿਹਾ। ਦੋਨਾਂ 'ਚ ਸੇਮ ਆ, ਬਸ ਫਿਰ ਤਾਂ ਕੋਈ ਚੱਕਰ ਹੀ ਨਹੀਂ। ਜੋ ਸੇਮ ਹੋ ਗਿਆ ਉਹ ਤਾਂ ਆਨਸਰ ਨਿਕਲ ਹੀ ਗਿਆ, ਮੁੜ ਕੇ ਤਾਂ ਕੋਈ ਚੱਕਰ ਹੀ ਨਹੀਂ ਹੈਗਾ, ਸਵਾਲ ਹੀ ਨਿਕਲ ਗਿਆ ਸਾਰਾ। ਜਦੋਂ ਆਹ ਚੀਜ਼ਾਂ ਸੇਮ ਹੋ ਗਈਆਂ, ਜਦੋਂ ਆਹ ਚੀਜ਼ਾਂ ਸੇਮ ਹੋ ਗਈਆਂ, ਤਾਂ ਆਹ ਚੀਜ਼ਾਂ ਦਾ ਆਟੋਮੈਟਿਕ ਸੇਮ ਹੋ ਜਾਣਗੀਆਂ, ਠੀਕ ਹੈ। ਤਾਂ ਇੱਥੋਂ ਤੱਕ ਗੱਲ ਆ ਗਿਆ। 1 ਦਾ ਫਰਕ ਤਾਂ ਇੱਥੇ ਪੈ ਰਿਹਾ ਸੀ, 1 ਦਾ ਇੱਥੇ, ਦੋਨੇ ਸੇਮ ਹੈ। ਇਸ ਤੋਂ ਬਾਅਦ 3 ਤੋਂ ਲੈ ਕੇ ਜਦੋਂ ਆਪਾਂ 7 ਤੱਕ ਆਉਣੇ, ਕਿੰਨੇ ਦਾ ਫਰਕ ਪੈ ਰਿਹਾ? ਕਿੰਨੀ ਰੇਸ਼ੋ ਦਾ ਫਰਕ ਪੈ ਰਿਹਾ 3 ਤੋਂ 7 ਤੱਕ ਆਉਣ ਦਾ? 4 ਰੇਸ਼ੋ ਦਾ ਫਰਕ ਪੈ ਰਿਹਾ। ਜਦੋਂ 4 ਤੋਂ 8 'ਤੇ ਆਵਾਂਗੇ ਆਪਾਂ, ਕਿੰਨੀ ਰੇਸ਼ੋ ਦਾ ਫਰਕ ਪੈ ਰਿਹਾ? 4 ਦਾ ਫਰਕ ਪੈ ਰਿਹਾ। 4 ਰੇਸ਼ੋ ਵਧਣ ਨਾਲ ਕਿੰਨੇ ਸਾਲਾਂ ਦਾ ਫਰਕ ਪੈ ਰਿਹਾ? 6 ਸਾਲ ਤਾਂ ਆ ਪਏ ਆ, 2 ਸਾਲ ਆ ਪਏ ਆ। ਕਹਿੰਦਾ ਮਤਲਬ ਕਿ ਜਦੋਂ 4 ਰੇਸ਼ੋ ਵੱਧਦੀ ਹੈ ਤਾਂ 8 ਸਾਲਾਂ ਦਾ ਫਰਕ ਪੈ ਰਿਹਾ ਹੈ। ਤਾਂ ਹੁਣ ਆਪਾਂ ਕੱਢਾਂਗੇ 1 ਹਿੱਸਾ
ਇੱਕ ਹਿੱਸਾ ਕਾਹਦੇ ਬਰਾਬਰ ਹੈ 2 ਸਾਲਾਂ ਦੇ ਬਰਾਬਰ ਹੈ। ਇੱਕ ਹਿੱਸਾ ਕਾਹਦੇ ਬਰਾਬਰ ਹੈ 2 ਸਾਲਾਂ ਦੇ ਬਰਾਬਰ ਹੈਗਾ। ਤਾਂ ਹੁਣ ਆਪਾਂ ਕੱਢਣੀ ਹੈ ਵਰਤਮਾਨ ਉਮਰ। ਵਰਤਮਾਨ ਉਮਰ ਤੁਸੀਂ ਇੱਥੇ ਭਰ ਕੇ ਵੀ ਕੱਢ ਸਕਦੇ ਹੋ, ਇੱਥੇ ਭਰ ਕੇ ਵੀ ਕੱਢ ਸਕਦੇ ਹੋ। ਚਲੋ ਆਪਾਂ ਉਤਲੇ 'ਚ ਭਰ ਦਿੰਦੇ ਹਾਂ। ਇੱਕ ਸਾਲ ਦੇ ਵਿੱਚ ਇੱਕ ਹਿੱਸੇ ਦੇ ਵਿੱਚ ਕਿੰਨੇ ਸਾਲ ਹੈ 2 ਸਾਲ ਹੈ। ਅਤੇ ਖਾਨ ਕੋਲੇ ਕਿੰਨੇ ਹਿੱਸੇ ਆ 3 ਹਿੱਸੇ। ਅਤੇ ਇੱਕ ਹਿੱਸੇ ਦੀ ਵੈਲੂ ਕਿੰਨੀ ਹੈ 2, 3 ਹਿੱਸਿਆਂ ਦੀ ਵੈਲੂ ਕਿੰਨੀ ਹੋ ਜੂਗੀ 3 ਦੂਣੀ 6। ਜਿਹੜਾ ਸਹੇਲ ਆ ਸਹੇਲ ਕੋਲੇ ਕਿੰਨੇ ਹਿੱਸੇ 4 ਹਿੱਸੇ। ਇੱਕ ਹਿੱਸੇ ਦੀ ਵੈਲੂ ਕਿੰਨੀ ਹੈ 2 ਹੈ। ਤਾਂ ਇਹਦੀ ਉਮਰ ਹੋ ਜੂ 8 ਸਾਲ। ਕਹਿੰਦਾ ਮਤਲਬ ਕਿ ਸਹੇਲ ਦੀ ਉਮਰ ਤਾਂ ਹੈਗੀ ਹੈ 6 ਸਾਲ, ਇਹਦੀ ਹੈਗੀ 8 ਸਾਲ। ਇਹ ਦੇਖੋ ਇਹ ਗੱਲ ਧਿਆਨ ਰੱਖਣੀ ਹੈ, ਇਹ ਕਿੰਨੇ ਸਾਲ ਪਹਿਲਾਂ ਦੀ ਉਮਰ ਹੈਗੀ 6 ਸਾਲ ਪਹਿਲਾਂ ਦੀ ਉਮਰ ਹੈ ਇਹ। ਠੀਕ ਹੈ 6 ਸਾਲ ਪਹਿਲਾਂ ਦੀ ਉਮਰ ਹੈ। ਅਤੇ ਜਦੋਂ ਆਪਾਂ ਅੱਜ ਦੀ ਉਮਰ ਪਤਾ ਕਰਨ ਨੂੰ ਕਿਹਾ, ਅੱਜ ਦੀ ਉਮਰ ਕਿੰਨੀ ਹੈ ਪਿਛਲੇ ਸਾਲ ਦਾ 6 ਸਾਲ ਦੀ ਹੈ। ਇਸ ਤੋਂ ਬਾਅਦ ਜੋ 6 ਸਾਲ ਆਪਾਂ ਹੋਰ ਅੱਗੇ ਆਵਾਂਗੇ, ਜਦੋਂ ਆਪਾਂ 6 ਸਾਲ ਹੋਰ ਅੱਗੇ ਆਵਾਂਗੇ 6 ਸਾਲ ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ 6 ਸਾਲ ਪਹਿਲਾਂ ਖਾਨ ਦੀ ਉਮਰ 6 ਸਾਲ ਸੀ ਅਤੇ ਸਹੇਲ ਦੀ ਉਮਰ 8 ਸਾਲ ਸੀ। ਇਹ ਆ ਗਈ ਜੇ ਪੁਰਾਣੀ ਪੁੱਛ ਲੈਂਦੇ, ਪਰ ਉਹਨੇ ਪੁੱਛਿਆ ਵਰਤਮਾਨ ਦੀ। ਜਦੋਂ ਆਪਾਂ ਨੂੰ ਪੁਰਾਣੀ ਪਤਾ 6 ਸਾਲ, ਅੱਜ ਤੋਂ 6 ਸਾਲ ਪਹਿਲਾਂ ਇਹਦੀ ਉਮਰ 6 ਸਾਲ ਸੀ, ਅੱਜ ਤੋਂ 6 ਸਾਲ ਪਹਿਲਾਂ ਸਹੇਲ ਦੀ ਉਮਰ 8 ਸਾਲ ਸੀ। ਆਪਾਂ ਨੂੰ ਪੁੱਛੀ ਕਿਹਦੀ ਉਮਰ ਇਹਨਾਂ ਨੇ ਸਹੇਲ ਦੀ ਪੁੱਛਿਆ। ਸਹੇਲ ਕਿੱਥੇ ਬੈਠਾ ਸਹੇਲ ਬੈਠਾ ਹਾਂ ਜਦੋਂ 6 ਸਾਲ ਪਹਿਲਾਂ ਕਿੰਨੀ ਉਮਰ ਸੀ ਸਹੇਲ ਦੀ 8 ਸਾਲ ਅਤੇ 6 ਸਾਲ ਪਿੱਛੇ ਫਿਰਦਾ ਸੀ। ਜਦੋਂ ਆਪਾਂ 6 ਸਾਲ ਵੀ ਵਿੱਚ ਜੋੜਤੇ ਤਾਂ ਅੱਜ ਦੇ ਟਾਈਮ 'ਚ ਸਹੇਲ ਦੀ ਉਮਰ ਕਿੰਨੀ ਹੈ 14 ਸਾਲ ਹੈ। ਬਸ ਆਹ ਚੀਜ਼ ਕੱਢਣੀ ਹੈ, ਹਿੱਸੇ ਲੈ ਕੇ ਆਉਣੇ ਇੱਥੇ। ਬਸ ਇੱਕ ਸਵਾਲ 5 ਵਾਰੀ ਕੱਢ ਲਓ, ਬਸ ਤੁਸੀਂ ਮੈਥ 'ਚੋਂ ਮਾਰ ਨਹੀਂ ਖਾਂਦੇ। ਹੁਣ 25ਵੇਂ ਦੇ ਵਿੱਚ ਵੀ ਬੱਚਿਆਂ ਨੂੰ ਇੰਨੀ ਪ੍ਰੋਬਲਮ ਆ ਰਹੀ ਸੀ, ਗੱਲ ਹੀ ਛੱਡ ਦਿਓ। 25ਵੇਂ ਦੇ ਵਿੱਚ 25ਵਾਂ ਵੀ ਕਰਾਂਗੇ। ਹੁਣ ਆਪਾਂ ਦੇਖੋ 10 ਸਾਲ ਪਹਿਲਾਂ ਪਿਤਾ ਦੀ ਉਮਰ ਪੁੱਤਰ ਦੀ। ਇਹੋ ਜਿਹੇ ਪ੍ਰਸ਼ਨ ਤੁਹਾਨੂੰ ਪੇਪਰ ਦੇ ਵਿੱਚ ਮਿਲਣੇ ਆ, ਜਿੱਧਰ ਮਰਜ਼ੀ ਭੱਜ ਲਓ, ਲੁਕ ਜਾਓ ਭਾਵੇਂ ਤੁਸੀਂ ਬਿਸਤਰੇ 'ਚ। ਇਹ ਪ੍ਰਸ਼ਨ ਤੁਹਾਨੂੰ ਜੇ ਨਾ ਮਿਲਿਆ ਮੈਨੂੰ ਕਹਿ ਦਿਓ। ਇੱਕ ਨਾ ਮੈਂ ਥੋੜ੍ਹਾ ਜਿਹਾ ਬਣਾਈ ਜਾਂਦਾ ਪ੍ਰੋਸੈਸ ਕੀ ਆ, ਤੁਹਾਨੂੰ ਵਾਈਟ ਬੋਰਡ 'ਤੇ ਪੜ੍ਹਾ ਦਿਆ ਕਰਾਂ ਤਾਂ ਵੀ ਜੇ ਤੁਹਾਨੂੰ ਆਈ ਵਧੀਆ ਲੱਗਦਾ ਦੱਸ ਦਿਓ, ਜੇ ਵਾਈਟ ਬੋਰਡ 'ਤੇ ਵਧੀਆ ਲੱਗਦਾ ਉਹਦੇ ਦੱਸ ਦਿਓ। ਪਰ ਆਏ ਨਾ ਆਵਾਜ਼ ਦੀ ਕਲੀਅਰਟੀ ਵਧੀਆ ਆਉਂਦੀ ਹੈ ਇਸ ਤਰ੍ਹਾਂ ਨਾਲ, ਅਤੇ ਬਾਕੀ ਕਲਰ ਵੀ ਚੇਂਜ ਹੋ ਜਾਂਦੇ ਆ। ਵੱਡੀ ਸਕਰੀਨ ਵੀ ਲਾ ਲਾਂਗੇ ਆਪਾਂ, ਕੋਈ ਗੱਲ ਨਹੀਂ, ਦੇਖਦੇ ਕੋਈ ਨਾ ਹੌਲੀ ਹੌਲੀ। ਚਲੋ 10 ਸਾਲ ਪਹਿਲਾਂ ਪਿਤਾ ਦੀ ਉਮਰ ਪੁੱਤਰ ਦੀ ਉਮਰ ਨਾਲੋਂ 3 ਗੁਣਾ ਵੱਧ ਸੀ। 20 ਸਾਲ ਬਾਅਦ ਪਿਤਾ ਦੀ ਉਮਰ ਉਸਦੇ ਪਿਤਾ ਦੀ ਉਮਰ ਤੋਂ ਦੁੱਗਣੀ ਹੋ ਗਈ। ਬਾਅਦ ਇੱਥੇ ਕੈਂਸਲ ਹੋ ਗਿਆ, ਕੱਟਿਆ ਗਿਆ। ਤਾਂ ਪਿਤਾ ਦੀ ਵਰਤਮਾਨ ਉਮਰ ਦੱਸੋ। ਉਹੀ ਚੀਜ਼ਾਂ, ਇੱਕ ਤਾਂ ਪਿਤਾ ਹੈ, ਇੱਕ ਪੁੱਤਰ ਹੈ, 2 ਜਾਣੇ ਹੈ। ਠੀਕ ਹੈ ਕਿੰਨੀ ਉਮਰ ਹੈ ਵਰਤਮਾਨ ਉਮਰ ਹੈ ਭਾਈ ਇਹ। ਠੀਕ ਹੈ 10 ਸਾਲ ਪਹਿਲਾਂ ਪਿਤਾ ਦੀ ਉਮਰ ਪਹਿਲਾਂ ਤਾਂ ਬਸ ਮਿਹਨਤ ਕਰਦੀ ਘੋਲ ਨਹੀਂ ਕਰਨੀ। 10 ਸਾਲ ਪਹਿਲਾਂ ਦਾ 3 ਨਿਸ਼ਾਨ ਤਾਹਾਂ ਨੂੰ ਚੜ੍ਹਾ ਦਿਓ। 10 ਸਾਲ ਪਹਿਲਾਂ ਪਿਤਾ ਦੀ ਉਮਰ ਪੁੱਤਰ ਦੀ ਉਮਰ ਦਾ ਕਿੰਨਾ ਸੀ 3.1 ਗੁਣਾ। ਕਹਿੰਦਾ ਮਤਲਬ ਕਿ ਉਹ 1 ਸੀ 3 ਗੁਣਾ ਸੀ। ਜਿੱਥੇ ਵੀ 4 ਗੁਣਾ ਆ ਜੇ 4 ਅਨੁਪਾਤ 1, 3 ਗੁਣਾ ਆ ਜੇ 3 ਅਨੁਪਾਤ 1, 8 ਗੁਣਾ ਆ ਜੇ 8 ਅਨੁਪਾਤ 1। ਇਸ ਤੋਂ ਬਾਅਦ ਕੀ ਕਹਿੰਦੇ ਪਿਛਲੇ ਸਵਾਲ ਵਾਂਗੂ ਇਹ ਸਵਾਲ ਕਹਿੰਦੇ 20 ਸਾਲ ਬਾਅਦ ਪਿਤਾ ਦੀ ਉਮਰ ਪੁੱਤਰ ਦੀ ਉਮਰ ਤੋਂ ਕਿੰਨੀ ਹੋ ਗਈ ਦੁੱਗਣੀ ਹੋ ਗਈ। ਚਲੋ ਹੁਣ ਇੱਥੇ ਸਭ ਤੋਂ ਵੱਡਾ ਰੌਲਾ ਪੈਂਦਾ ਆਪਣੇ ਕੋਲ। ਰੌਲਾ ਕਾਹਦਾ ਪਊਗਾ ਵੱਡਾ, ਉਹ ਪਊਗਾ ਗੈਪ ਦਾ। ਇੱਥੇ ਕਿੰਨੇ ਦਾ ਗੈਪ ਪੈ ਰਿਹਾ 2 ਦਾ, ਇੱਥੇ ਗੈਪ ਪੈ ਰਿਹਾ 1 ਦਾ। ਇੱਥੇ ਗੈਪ ਕਿੰਨੇ ਦਾ ਪੈ ਰਿਹਾ 2 ਦਾ, ਇੱਥੇ ਗੈਪ ਪੈ ਰਿਹਾ 1 ਦਾ। ਜਦੋਂ ਆਪਾਂ ਇਹ ਗੈਪ ਬਰਾਬਰ ਕਰਦੇ ਹੁੰਦੇ ਆ ਤਾਂ ਜਿਹੜਾ ਆਹ 1 ਹੈਗਾ ਇਹਦੀ ਤਾਂ ਇਹਨਾਂ ਦੋਨਾਂ ਦਾ ਗੁਣਾ ਕਰ ਦੇਣੀ ਹੈ, ਜਿਹੜਾ ਆਹ 2 ਹੈਗਾ ਇਹਦੀ ਇਹਨਾਂ ਦੋਨਾਂ ਦਾ ਗੁਣਾ ਕਰ ਦੇਣੀ ਹੈ। ਤਾਂ ਉਹ ਜਿਵੇਂ ਇਕੁਏਸ਼ਨ ਸਾਰੀ ਬਦਲ ਜੂਗੀ। ਤਾਂ 3 ਦੂਣੀ ਜਦੋਂ ਆਪਾਂ ਇੱਥੇ 1 ਦਾ ਫਰਕ ਪੈ ਰਿਹਾ, ਇਹ 1 ਦੀ ਆਪਾਂ ਗੁਣਾ ਕਰਾਂਗੇ ਤਾਂ ਜਾ ਕੇ 3 ਨਾਲ, ਤਾਂ 3 ਵੀ ਉਹ ਮੇਰੇ ਜੂਗਾ, 1 ਵੀ ਉਹ ਮੇਰੇ ਜੂਗਾ। ਠੀਕ ਹੈ ਇਸ ਤੋਂ ਬਾਅਦ ਥੱਲੇ ਆ ਗਿਆ ਪਿਤਾ ਅਤੇ ਪੁੱਤਰ। ਉਹ ਜਿਵੇਂ ਫਿਰ ਸਾਰੀ ਕੰਡੀਸ਼ਨ ਅਲੱਗ ਤੋਂ ਬਣ ਜਾਂਦੀ ਹੁੰਦੀ ਹੈ। ਠੀਕ ਹੈ ਤਾਂ ਜੀ 2 ਦੀ ਇਹਦਾ ਗੁਣਾ ਹੋ ਜੂ, ਇੱਥੇ ਆ ਜੂਗਾ 4, ਇੱਥੇ ਆ ਜੂਗਾ 2। ਸਾਰਾ ਸਿਸਟਮ ਬਦਲ ਗਿਆ। ਹੁਣ ਦੇਖੋ ਹੁਣ ਗੈਪ ਕਿੰਨਾ ਆ ਰਿਹਾ, ਇੱਥੇ ਵੀ 2 ਦਾ ਗੈਪ ਹੈ, ਇੱਥੇ ਵੀ 2 ਦਾ ਗੈਪ ਹੈ। ਠੀਕ ਹੈ ਹੁਣ ਬਰਾਬਰ ਹੋ ਗਿਆ। ਅਤੇ ਇੱਥੇ ਕਿੰਨੇ ਸਾਲਾਂ ਦਾ ਫਰਕ ਪਿਆ ਸੀ 20 ਸਾਲ ਬਾਅਦ, ਇੱਥੇ 20 ਸਾਲ ਆਊਗਾ। 20 ਸਾਲ ਬਾਅਦ ਦੀ ਗੱਲ ਕਰ ਰਹੇ ਹਾਂ। 3 ਤੋਂ 4 ਤੱਕ ਕਿੰਨਾ ਫਰਕ ਪੈ ਗਿਆ 1 ਰੇਸ਼ੋ ਦਾ। 1 ਤੋਂ 2 ਤੱਕ ਕਿੰਨਾ ਫਰਕ ਪੈ ਗਿਆ 1 ਰੇਸ਼ੋ ਦਾ। ਕਹਿੰਦਾ ਮਤਲਬ ਕਿ 1 ਰੇਸ਼ੋ ਵਧਣ ਦੇ ਨਾਲ ਇੱਧਰ ਲਿਖ ਲਿਆ ਕਿੰਨੇ ਸਾਲਾਂ ਦਾ ਫਰਕ ਪੈ ਗਿਆ 10 ਸਾਲ ਆ ਹੋ ਗਏ, 20 ਸਾਲ ਆ ਹੋ ਗਏ। 1 ਰੇਸ਼ੋ ਨਾਲ 30 ਸਾਲਾਂ ਦਾ ਫਰਕ ਪੈ ਰਿਹਾ ਹੈ। 1 ਰੇਸ਼ੋ ਨਾਲ ਕਿੰਨੇ ਦਾ ਫਰਕ ਪੈ ਰਿਹਾ 30 ਸਾਲਾਂ ਦਾ ਫਰਕ ਪੈ ਰਿਹਾ 1 ਰੇਸ਼ੋ ਵਧਣ ਨਾਲ। ਹੁਣ ਇਹ ਪੁੱਛ ਕੀ ਰਹੇ ਹੈ, ਹੁਣ ਇਹ ਪੁੱਛ ਕੀ ਰਹੇ ਆਪਾਂ ਤੋਂ ਕਹਿੰਦੇ ਪਿਤਾ ਦੀ ਵਰਤਮਾਨ ਉਮਰ ਦੱਸੋ।
ਇੱਥੇ 3 ਰੇਸ਼ੋ ਸੀ। ਪਿਤਾ ਦੀ ਵਰਤਮਾਨ ਉਮਰ ਕਿੰਨੀ ਹੋ ਗਈ 30 ਆ 90 ਸਾਲ ਉਮਰ ਹੋ ਗਈ ਪਿਤਾ ਦੀ ਉਮਰ ਹੋ ਗਈ 90 ਸਾਲ, ਕਿਉਂਕਿ 21 ਦੀ ਵੈਲੂ 30 ਹੈ ਅਤੇ 3 ਹਿੱਸੇ ਪਿਤਾ ਕੋਲ ਕਿੰਨੀ ਹੋ ਗਈ 90 ਸਾਲ ਉਮਰ। ਇਹ ਕਹਿੰਦੇ ਵਰਤਮਾਨ ਉਮਰ ਦੱਸੋ ਕਿੰਨੀ ਹੈ ਉਹਦੀ, ਦੱਸੋ ਵਰਤਮਾਨ ਉਮਰ ਦੱਸੋ। ਅਤੇ ਵਰਤਮਾਨ ਉਮਰ ਦੇ ਵਿੱਚ ਇਹ ਕਿੰਨੇ ਸਾਲ ਪਹਿਲਾਂ ਦੀ ਹੈ 10 ਸਾਲ ਪਹਿਲਾਂ ਦੀ ਹੈ, ਅਤੇ ਅਜੇ ਟਾਈਮ 'ਚ ਪਿਤਾ ਦੀ ਉਮਰ ਕਿੰਨੀ ਹੋ ਜੂਗੀ 100 ਸਾਲ ਹੋ ਜੂਗੀ। ਠੀਕ ਹੈ ਜੀ, ਕਿਉਂਕਿ 10 ਸਾਲ ਆ ਪਏ ਸੀ 20 ਸਾਲ ਆ ਪਏ ਸੀ ਅਤੇ 3 ਤੋਂ 4 ਦੀ ਰੇਸ਼ੋ ਹੋ ਰਹੀ ਸੀ, 1 ਦਾ ਫਰਕ ਪੈ ਰਿਹਾ ਸੀ। ਠੀਕ ਹੈ, ਇਹ ਗੱਲ ਯਾਦ ਰੱਖ, ਕਿੰਨੇ ਦਾ ਫਰਕ ਪੈ ਰਿਹਾ ਸੀ 1 ਦਾ ਫਰਕ ਪੈ ਰਿਹਾ ਸੀ। ਓਕੇ, ਅਤੇ ਇੱਥੇ 100 ਸਾਲ ਆਨਸਰ ਆਉਣਾ ਸੀ, ਇਹ ਆਪਸ਼ਨ ਦੇ ਵਿੱਚ ਹੋਣਾ ਨਹੀਂ, ਕੱਲ੍ਹ ਵੀ ਨਹੀਂ ਸ਼ਾਇਦ ਆਇਆ ਸੀ, ਅਤੇ ਇਹ ਚੀਜ਼ ਦੇਖ ਲਿਓ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। 6 ਸਾਲ ਪਹਿਲਾਂ ਪਿਤਾ ਦੀ ਉਮਰ ਉਸਦੇ ਪੁੱਤਰ ਦੀ ਉਮਰ ਦਾ 5 ਗੁਣਾ ਸੀ। ਠੀਕ ਹੈ, 6 ਸਾਲ ਪਹਿਲਾਂ ਪਿਤਾ ਦੀ ਉਮਰ ਉਸਦੇ ਪੁੱਤਰ ਦੀ ਉਮਰ ਦਾ 5 ਗੁਣਾ ਸੀ। 10 ਸਾਲ ਬਾਅਦ ਪਿਤਾ ਦੀ ਉਮਰ ਆਪਣੇ ਪੁੱਤਰ ਦੀ ਉਮਰ ਅਤੇ ਵਰਤਮਾਨ ਉਮਰ ਦੱਸਣੀ। ਉਹੀ ਗੱਲ ਪਿਤਾ ਦੇ ਪੁੱਤਰ ਵਾਲਾ ਆਨਸਰ ਹੀ ਫਿਰ ਆ ਗਿਆ। ਪਿਤਾ ਤੇ ਪੁੱਤਰ ਹੈ ਕਿੰਨੇ ਸਾਲ ਪਹਿਲਾਂ 6 ਸਾਲ ਪਹਿਲਾਂ, ਕਿੰਨਾ ਸੀ ਇਹਨਾਂ ਦੀ ਉਮਰ ਦਾ ਅਨੁਪਾਤ 5:1 ਸੀ, ਅਤੇ 10 ਸਾਲਾਂ ਬਾਅਦ ਦੀ ਉਮਰ ਦਾ ਅਨੁਪਾਤ ਕਿੰਨਾ ਹੋ ਗਿਆ 3:1। ਠੀਕ ਹੈ, ਹੋਵੇਗੀ ਵਰਤਮਾਨ ਉਮਰ ਦੱਸਣੀ ਹੈ। ਉਹੀ ਚੀਜ਼ ਹੈ, ਸਭ ਤੋਂ ਪਹਿਲਾਂ ਗੈਪ ਬਰਾਬਰ ਕਰਨਾ ਆਪਾਂ। 5 ਤੋਂ ਕਿੰਨਾ ਹੋ ਰਿਹਾ 1 ਤੋਂ, ਜਾਂ 5 ਤੋਂ ਕਿੰਨਾ ਹੋ ਰਿਹਾ 1 ਹੋ ਰਿਹਾ, ਕਿੰਨਾ ਫਰਕ ਪੈ ਰਿਹਾ 4, 3 ਤੋਂ ਕਿੰਨਾ ਫਰਕ ਪੈ ਰਿਹਾ 2, ਇੱਥੇ ਡਿਫਰੈਂਸ ਕਿੰਨਾ ਆਉਂਦਾ ਗਾ 4 ਦਾ, ਇੱਥੇ ਡਿਫਰੈਂਸ ਕਿੰਨਾ ਆਉਂਦਾ ਗਾ 2 ਦਾ ਗੈਪ ਆ ਰਿਹਾ ਹੈ। ਤਾਂ ਗੈਪ ਬਰਾਬਰ ਕਰਨ ਵਾਸਤੇ ਥੱਲੇ ਲਈ ਤਾਹਾਂ ਵਾਲੇ ਗੁਣਾ, ਤਾਹਾਂ ਲਈ ਥੱਲੇ ਨਾਲ ਗੁਣਾ ਕਰ ਦਿੰਦੇ ਹੁੰਦੇ। ਆਹ 2 ਦੀ ਤਾਂ 5 ਦੇ 1 ਨਾਲ ਗੁਣਾ ਹੋ ਜੂਗੀ, ਜਿਹੜਾ 4 ਇਹਦੀ 3 ਦੇ 1 ਨਾਲ ਗੁਣਾ ਹੋ ਜੂਗੀ, ਅਤੇ 2 ਦੀ ਤਾਹਾਂ ਨਾਲ ਗੁਣਾ ਕਰਾਂਗੇ, ਇਹ ਆ ਜੂਗਾ 10:2। ਥੱਲੇ ਲੈ ਕਰਾਂਗੇ ਤਾਂ ਇਹ ਆ ਜੂਗਾ ਆਪਣੇ ਕੋਲੇ 12:4। ਤਾਂ ਉਵੇਂ ਜਿਵੇਂ 6 ਸਾਲ ਦਾ ਫਰਕ ਪੈ ਗਿਆ, ਇੱਥੇ ਵੀ 6 ਸਾਲ ਦਾ ਫਰਕ ਪੈ ਗਿਆ, ਪਿਤਾ ਅਤੇ ਪੁੱਤਰ ਆ ਗਏ, ਅਤੇ ਇੱਥੇ ਗੱਲ ਆ ਗਈ 10 ਸਾਲਾਂ ਬਾਅਦ, ਇੱਥੇ ਵੀ ਗੱਲ ਆ ਗਈ 10 ਸਾਲਾਂ ਬਾਅਦ। ਆਹ ਕੁਐਸਚਨ ਆਪਾਂ ਸੇਮ ਟੂ ਸੇਮ ਇੱਧਰ ਬਣਾਤੀ। ਠੀਕ ਹੈ, ਨਾਲ ਕਾਪੀ 'ਤੇ ਤਾਰੀ ਚੱਲਿਆ ਕਰੋ ਆਪ ਦੀ 'ਤੇ। ਹੁਣ ਦੇਖੋ, ਜਦੋਂ ਆਹ ਗੈਪ ਆਪਾਂ ਬਰਾਬਰ ਕਰਤਾ, ਜਦੋਂ ਆਹ ਗੈਪ ਆਪਾਂ ਬਰਾਬਰ ਕਰਤੇ, ਤਾਂ ਆਹ ਗੈਪ ਆਟੋਮੈਟਿਕ ਹੀ ਬਰਾਬਰ ਹੋ ਜਾਂਦੇ ਨੇ। ਤੁਹਾਨੂੰ ਪਤਾ 10 ਤੋਂ ਕਿੰਨੇ ਹੋ ਗਏ 12, ਅਤੇ 2 ਤੋਂ ਕਿੰਨੇ ਹੋ ਗਏ 4, ਕਿੰਨੇ ਦਾ ਫਰਕ ਪੈ ਗਿਆ 2 ਦਾ। 2 ਦਾ ਫਰਕ ਪੈਣਾ, ਕਿੰਨੇ ਸਾਲਾਂ ਦਾ ਫਰਕ ਪੈ ਗਿਆ, ਇੱਥੇ 6 ਸਾਲ ਹੈ, ਇੱਥੇ 10 ਸਾਲ ਹੈ, 6 ਦੇ 10 ਕਿੰਨੇ ਹੋ ਗਏ 16, ਅਤੇ 1 ਦੇ ਨਾਲ ਕਿੰਨੇ ਦਾ ਫਰਕ ਪੈ ਗਿਆ 8 ਸਾਲ ਦਾ। ਹੁਣ ਇਹਨੇ ਪੁੱਛਿਆ ਵਰਤਮਾਨ ਉਮਰ, ਚਾਹੇ ਇਹਦੇ 'ਚ ਪੁੱਟ ਕਰ ਦਿਓ ਚਾਹੇ ਇਹਦੇ 'ਚ ਪੁੱਟ ਕਰ ਦਿਓ। 1 ਰੇਸ਼ੋ ਦੇ 1 ਹਿੱਸੇ ਦੇ ਵਿੱਚ ਕਿੰਨੀ ਵੈਲੂ ਹੈ 8 ਹੈ, ਅਤੇ ਇੱਥੇ ਇਹਦੇ ਕੋਲ ਕਿੰਨੇ ਹਿੱਸੇ ਪਿਤਾ ਕੋਲ ਇੱਥੇ 10 ਹਿੱਸੇ, 10 ਆਸਾ 80। 80 ਅੱਜ ਤੋਂ 6 ਸਾਲ ਪਹਿਲਾਂ ਦੀ ਉਮਰ ਸੀ। ਉਮਰ ਕਿਹੜੀ ਪੁੱਛ ਰਹੇ ਨੇ ਵਰਤਮਾਨ ਉਮਰ ਪੁੱਛ ਰਹੇ ਨੇ। ਇਹ 80 6 ਸਾਲ ਪਹਿਲਾਂ ਦੀ ਉਮਰ ਹੈ, ਅਤੇ ਜਦੋਂ ਆਪਾਂ ਅੱਜ ਦੀ ਉਮਰ ਕਰਾਂਗੇ ਤਾਂ 6 ਸਾਲ ਵਿੱਚ ਜੁੜ ਜਾਣਗੇ 80 ਦੇ। 80 + 6 ਕਿੰਨੀ ਉਮਰ ਹੋ ਗਈ ਪਿਤਾ ਦੀ 86 ਸਾਲ ਉਮਰ ਹੋ ਗਿਆ, ਪਿਆ C ਨੰਬਰ ਆਪਸ਼ਨ। ਠੀਕ ਹੈ, ਬਸ ਆਹ ਚੱਕਰ ਹੈ ਗੈਪ ਬਰਾਬਰ ਕਰਨੇ ਵਾ। ਜੋ ਗੈਪ ਬਰਾਬਰ ਕਰਤਾ ਸਾਰਾ ਸਵਾਲ ਤੁਹਾਡਾ ਨਿਕਲ ਜੂਗਾ ਪੁੱਤਰੋ। ਇਸ ਤੋਂ ਸੌਖੇ ਤਰੀਕੇ ਨਾਲ ਤੁਹਾਨੂੰ ਕੋਈ ਨਹੀਂ ਮੈਥ ਕਰਵਾ ਸਕਦਾ ਜਿੰਨੇ ਸੌਖੇ ਨਾਲ ਮੈਂ ਕਰਵਾ ਰਿਹਾ। ਇਸ ਤੋਂ ਬਾਅਦ ਅਗਲਾ, ਇਸ ਵਾਲਾ ਪਿੰਡ 'ਤੇ ਕਰਾਂਗੇ। ਚਲੋ 27 ਮਿੰਟ 'ਤੇ ਕਰਾਂਗੇ, ਇਹ ਤੋਂ ਸੁਲਝ ਜੂਗੀ। ਹੁਣ ਆਹ ਦੇਖਦੇ ਹਾਂ, A ਅਤੇ B ਦੀ ਤਨਖਾਹ ਦਾ ਅਨੁਪਾਤ 11:5 ਹੈ। ਜੇਕਰ ਹਰੇਕ ਦੀ ਤਨਖਾਹ ਦੇ ਵਿੱਚ 1000 ਰੁਪਏ ਵਾਧਾ ਕੀਤਾ ਜਾਵੇ, ਤਨਖਾਹ ਦਾ ਅਨੁਪਾਤ ਇੰਨਾ ਹੋ ਜਾਂਦਾ, ਤਾਂ A ਦੀ ਸ਼ੁਰੂਆਤੀ ਤਨਖਾਹ ਪਤਾ ਕਰੋ। ਇਹ ਸਵਾਲ ਵੈਸੇ ਤੁਸੀਂ ਕੱਢਣਾ, ਜਿਹਨੇ ਆਹ ਸਵਾਲ ਕੱਢਤਾ ਠੀਕ ਹੈ 1 ਨੰਬਰ ਪੱਕਾ ਹੈ। ਦੂਸਰੀ ਗੱਲ ਮੇਰੇ ਵੱਲੋਂ ਬੱਚੇ ਨੂੰ ਵੈਰੀ 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 ਗੁੱਡ ਹੈਗੀ ਭਾਈ, ਜੇ ਤੂੰ ਆਹ ਸਵਾਲ ਕੱਢਤਾ ਤੇਰਾ ਪੇਪਰ ਦੇ ਵਿੱਚ 1 ਨੰਬਰ ਪੱਕਾ ਹੈ। ਬਸ ਜੇ ਤੂੰ ਪੇਪਰ 100 ਨੰਬਰ ਦਾ ਦੇਣ ਜਾ ਰਿਹਾ ਤਾਂ ਤੂੰ ਇਹ ਸਮਝ ਲਈ ਕਿ ਮੇਰੇ ਕੋਲ ਜਿਹੜਾ ਪੇਪਰ ਆਊਗਾ 99 ਨੰਬਰ ਦਾ ਪੇਪਰ ਹੈਗਾ ਹੁਣ ਪਿੱਛੇ ਮੇਰਾ ਕਰਨ ਵਾਲਾ, 1 ਨੰਬਰ ਤੇਰਾ ਪੱਕਾ ਹੈ। ਬਸ ਮੈਥ ਧਿਆਨ ਨਾਲ ਸਮਝ ਲਓ, ਮੈਥ 'ਚ ਤੁਹਾਨੂੰ ਮੈਂ ਇੰਨੇ ਚੰਟ ਬਣਾ ਦੂੰ, ਤੁਸੀਂ ਦੇਖੀ ਚੱਲਿਓ ਮੈਥ 'ਚ ਬਣਦਾ ਕੀ ਹੈ। ਠੀਕ ਹੈ, ਪਿਛਲੀ ਵਾਰ ਵੀ ਪੁਲਿਸ ਵਾਲੇ ਨੇ ਬੱਚਿਆਂ ਨੂੰ ਬਹੁਤ ਵਧੀਆ ਮੈਥ ਕਰਾਇਆ ਸੀ। ਜਿਹੜੇ ਬੱਚਾ 0 ਲੈਵਲ ਸੀ ਨਾ, ਅੱਜ ਤੱਕ ਬੱਚੇ ਯਾਦ ਕਰਦੇ ਕਿ ਜੀ ਬਚਾਤਾ ਤੁਸੀਂ। ਠੀਕ ਹੈ, ਬਾਕੀ ਮੈਂ ਤੁਹਾਨੂੰ ਕਹਿਣਾ ਹੁੰਦਾ ਕਦੇ ਵੀ ਭਾਈ ਮੇਰੇ 'ਤੇ ਯਕੀਨ ਨਾ ਕਰੋ। ਮੈਂ ਤਾਂ ਗੱਪ ਵੀ ਮਾਰੂੰਗਾ, ਮੇਰਾ ਕਹੂੰਗਾ ਕਿ ਮੇਰਾ ਬੜਾ ਵਧੀਆ ਪੜ੍ਹਾਉਣਾ, ਮੇਰਾ ਕੋਈ ਪੜ੍ਹਾਈ ਨਹੀਂ ਸਕਦਾ, ਮੈਂ ਤਾਂ ਐਂ ਕਰਦਾ ਨਾ ਮੈਂ ਐਂ ਕਰਦਾ ਨਾ, ਪਰ ਮੇਰੇ 'ਤੇ ਯਕੀਨ ਨਾ ਕਰੋ। ਅੱਗੇ ਆਪਾਂ ਯਕੀਨ ਕਰ ਲੀਡਰਾਂ ਤੋਂ ਨਹੀਂ ਧੱਕੇ ਖਾਈ ਜਾਂਦੇ, ਕਿ ਜੀ ਘਰ ਘਰ ਨੌਕਰੀ ਦੇਵਾਂਗੇ ਬੈਠੇ ਨਾ। ਕਦੇ ਵੀ
ਕਿਸੇ ਦੀ ਗੱਲ 'ਤੇ ਯਕੀਨ ਨਾ ਕਰੋ। ਜਿਹੜੇ ਥੱਲੇ ਜਨਤਾ ਕਮੈਂਟ ਕਰਦੇ ਆ, ਮੇਰੇ ਬੱਚੇ, ਮੇਰੇ ਕੈਂਡੀਡੇਟ ਜਿੰਨੇ ਵੀ ਹੈਗਾ, ਜਨਤਾ ਦੇ ਵਿੱਚ ਮੈਂ ਵੀ ਆ ਗਿਆ। ਇਹ ਨਾ ਗੁੱਸਾ ਨਾ ਕਰਿਆ ਕਰੋ ਕਿ ਸਾਨੂੰ ਜਨਤਾ ਕਹਿੰਦਾ, ਜਨਤਾ ਦੇ ਵਿੱਚ ਮੈਂ ਵੀ ਆਉਣਾ ਗਾ। ਮੈਂ ਵੀ ਕੋਈ ਬਾਹਲਾ ਵੱਡਾ ਕੋਈ CM ਨਹੀਂ ਹੈਗਾ, ਇਹ ਵੀ ਜਨਤਾ ਹੀ ਹੈ। ਠੀਕ ਹੈ, ਆਪਾਂ ਡਾਊਨ ਟੂ ਅਰਥ ਬੰਦੇ, ਤੁਹਾਨੂੰ ਪਤਾ ਯਾਰ। ਜਿਹੜਾ ਬੰਦਾ ਰਿਸਪੈਕਟ, ਮੈਂ ਕੋਈ ਵੀ ਸਟੂਡੈਂਟ ਮੈਨੂੰ ਮੈਸੇਜ ਕਰਦਾ ਨਾ, ਮੈਂ ਕਦੇ ਨਹੀਂ ਸਟੂਡੈਂਟ ਦਾ ਮੈਸੇਜ ਜੀ ਤੋਂ ਬਿਨਾਂ ਮੈਂ ਕਿਸੇ ਵੀ ਬੱਚੇ ਨਾਲ ਗੱਲ ਨਹੀਂ ਕਰਦਾ। ਇਹ ਗੱਲ ਤੁਸੀਂ ਗੌਰ ਕਰਿਓ। ਕਿਸੇ ਵੀ ਬੱਚੇ ਨਾਲ ਮੈਂ ਕਮੈਂਟ ਕਰਦਾ ਜੀ ਜ਼ਰੂਰ ਲਿਖਦਾ ਹੈਗਾ। ਠੀਕ ਹੈ, ਹੱਕ ਵੀ ਹੈ ਲਿਖਣ ਦਾ। ਬੱਚੇ ਨੂੰ ਰਿਸਪੈਕਟ ਦਿੰਦੇ, ਆਪਣਾ ਵੀ ਹੱਕ ਆ ਉਹਨੂੰ ਰਿਸਪੈਕਟ ਦੇਣ ਦਾ। ਵੀ ਜੀ ਤੋਂ ਬਿਨਾਂ ਕਿਸੇ ਬੱਚੇ ਨਾਲ ਨਹੀਂ ਗੱਲ ਕਰਦਾ। ਚਾਹੇ ਮੈਨੂੰ ਕੋਈ ਬੱਚਾ ਘਰੇ ਮਿਲਦਾ ਹੋਵੇ, ਉਹਨੂੰ ਮੈਂ ਜੀ ਕਹਿਣਾ ਹੁੰਦਾ। ਠੀਕ ਹੈ, ਜਿਹੜਾ ਪ੍ਰੇਮ, ਮੋਹ ਪ੍ਰੇਮ ਕਰਦਾ ਉਹਨੂੰ ਦੁੱਗਣਾ ਦੇਈਦਾ ਹੈਗਾ। ਦੇਖੋ ਆਹ ਬੱਚੇ ਨੇ, ਸਾਰਿਆਂ ਨੇ ਜਿੰਨਾਂ ਨੇ ਵੀ ਮੇਰੇ ਪਹਿਲੇ 2 ਲੈਕਚਰ ਲਾਇਆ, ਕੋਈ ਬੱਚਾ ਨਹੀਂ ਹੋਣਾ ਜਿਹਨਾਂ ਨਾਂ ਕੱਢਿਆ ਹੋਵੇ। ਠੀਕ ਹੈ, ਦੇਖੋ ਕੱਢ ਦਿੰਦੇ ਆ। 11 ਮਲਟੀਪਲਸ ਨੂੰ ਕਿਹਾ ਲੋਨ ਨੂੰ, ਆਪਦੇ ਕੋਲ ਹੀ ਲਾ ਲਿਆ ਕਰੋ ਭਾਈ। 1000 ਰੁਪਈਆ ਵਧਾਤਾ, ਦੱਸਣ ਦੀ ਲੋੜ ਤਾਂ ਨਹੀਂ। ਇਹ ਚੱਲ ਦੱਸ ਦਿੰਦਾ। ਇਹਦੇ ਨਾਲ ਹੀ ਮਲਟੀਪਲ, ਇਹਦੇ ਨਾਲ ਵੀ। ਹਰੇਕ ਦੀ ਤਨਖਾਹ ਕਿੰਨੀ ਵੱਧ ਗਈ? 1000 ਵਧਣਾ। ਕਿੰਨੀ ਰੇਸ਼ੋ ਦਾ ਫਰਕ ਪੈ ਗਿਆ? 4:5 ਦਾ ਫਰਕ ਪੈ ਗਿਆ। 55x 5000, 60x 4000। XX ਵਾਲੇ ਇੱਕ ਪਾਸੇ ਕਰ ਦਿੰਦੇ ਆ। ਜਦੋਂ XX ਵਾਲੇ ਇੱਕ ਪਾਸੇ ਹੋ ਗਏ, ਦੂਜੇ ਇੱਕ ਪਾਸੇ ਕਰ ਦਿੰਦੇ ਆ। ਇੱਥੇ ਕਿੰਨਾ ਆ ਜਾਊਗਾ? 5x। ਇੱਧਰ ਮੈਕਸ ਰਹਿ ਗਿਆ 1000। ਇਹ ਐਕਸ ਦੀ ਵੈਲੂ ਆ ਗਈ 200। ਐਕਸ ਦੀ ਵੈਲੂ ਕਿਤਨੀ ਆ ਗਈ ਬੱਚੇ? 200 ਆ ਗਈ। ਹੁਣ ਕੀ ਕਰਨੀ ਹੈ? ਇਹਦੀ ਸ਼ੁਰੂਆਤੀ ਤਨਖਾਹ ਪਤਾ ਕਰਨੀ ਹੈ। ਇਹ ਕਿੱਥੇ ਬੈਠਾ? ਘੁੱਗੜ ਬਣਿਆ। ਇਹ ਬੈਠਾ, ਆਹ ਬੈਠਾ ਇਹ ਕਿੱਥੇ ਬੈਠਾ? ਆਹ ਬੈਠਾ ਇਹਦੀ ਸ਼ੁਰੂਆਤੀ ਤਨਖਾਹ ਤਾਂ ਇੱਥੋਂ ਨਿਕਲੂਗੀ। ਠੀਕ ਹੈ ਜੀ। ਅੱਜ ਦੀ ਤਨਖਾਹ ਪਤਾ ਕਰ। ਹੁਣ ਬੱਚੇ ਨੇ ਕੱਲ੍ਹ ਇੱਕ ਪ੍ਰਸ਼ਨ ਬੱਚੇ ਦਾ ਹੋਰ ਆਇਆ, ਵੈਰੀ ਵੈਰੀ ਗੁੱਡ, ਮੈਨੂੰ ਖੁਸ਼ੀ ਹੁੰਦੀ ਜੇ ਤੁਸੀਂ ਇਹ ਗੱਲ ਕਰਦੇ ਹੋ। ਕਹਿੰਦੇ ਜੀ ਚਲੋ ਸ਼ੁਰੂਆਤੀ ਤਨਖਾਹ ਤਾਂ ਪੁੱਛ ਲਈ। ਜੇ ਉਹਨੇ ਪੁੱਛ ਲਿਆ ਕਿ ਹੁਣ ਤਨਖਾਹ ਕਿੰਨੀ ਹੈ, ਦੱਸਦਾ, ਉਹ ਵੀ ਦੱਸਦਾ। ਦੇਖੋ ਸ਼ੁਰੂਆਤੀ ਤਨਖਾਹ ਜਦੋਂ ਪਤਾ ਕਰਨੀ ਹੈ, ਐਕਸ ਦੀ ਵੈਲੂ ਕਿੰਨੀ ਦਿੱਤੀ ਉਹਨਾਂ ਨੇ? 11। ਐਕਸ ਦੀ ਵੈਲੂ ਕਿੰਨੀ ਆ ਗਈ ਆਪਣੇ ਕੋਲ? 200। ਕਿੰਨੀ ਤਨਖਾਹ ਹੋ ਗਈ ਉਹਦੀ? 2200 ਰੁਪਈਆ ਤਨਖਾਹ ਹੋ ਗਈ ਅੱਜ ਦੇ ਟਾਈਮ ਦੇ ਵਿੱਚ। ਇਹ ਸ਼ੁਰੂਆਤੀ ਤਨਖਾਹ ਕਿੰਨੀ ਸੀ ਉਹਦੀ? ਸ਼ੁਰੂਆਤੀ ਤਨਖਾਹ ਹੈਗੀ ਸੀ ਉਹਦੀ 2200 ਰੁਪਈਆ। ਜੇ ਉਹ ਪੁੱਛਣਗੇ ਅੱਜ ਦੀ ਤਨਖਾਹ ਕਿੰਨੀ ਹੈ, ਤਾਂ ਫਿਰ 2200 ਦਾ ਲਿਖ ਹੀ ਲਿਆ। ਜਿਹੜਾ ਨਾਲ 1000 ਐਡ ਹੋਇਆ ਨਾਲ ਇਹ ਲਿਖ ਲਓ। ਫਿਰ ਉਹਦੀ ਤਨਖਾਹ ਕਿੰਨੀ ਹੋ ਗਈ? 3200 ਰੁਪਈਆ ਹੋ ਗਈ। ਜੇ ਅੱਜ ਦੀ ਤਨਖਾਹ ਪੁੱਛੀ ਹੈਗੀ, ਰੌਲਾ ਪਾਉਣ ਦੀ ਲੋੜ ਹੀ ਨਹੀਂ। ਇਹ 'ਚ ਤਾਂ 1000 ਰੁਪਈਆ ਐਡ ਕਰ ਦਿਓ, ਵੈਲੂ ਕੱਢ ਕੇ। ਜੋ ਪੁਰਾਣੀ ਵੈਲੂ ਨਿਕਲ ਗਈ ਉਹ 'ਚ ਨਵਾਂ ਤਾਂ ਐਡ ਹੀ ਕਰਨਾ। ਬਸ ਆਹ ਚੀਜ਼ ਸੀ ਸਾਰੀ। ਇਸ ਤੋਂ ਬਾਅਦ ਇਹ 'ਤੇ ਆ ਗਿਆ ਉਮਰ ਵਾਲੇ। ਜਿਹੜਾ ਉਮਰ ਵਾਲੇ ਦਾ ਸਵਾਲ ਚਾਹ ਕੇ ਲੈਂਦਾ ਮੈਂ। ਬਹੁਤ ਧੱਕੇ ਖਾਦੇ ਸਵਾਲਾਂ ਪਿੱਛੇ ਮੈਂ, ਬਹੁਤ ਜ਼ਿਆਦਾ। ਮੈਂ ਵੀ ਉਲਝਦਾ ਸੀ, ਤੁਹਾਡੇ ਵਾਲਾ ਕੰਮ ਹੀ ਸੀ ਮੇਰਾ ਵੀ। ਜਦੋਂ ਮੈਂ ਟਿਊਸ਼ਨ 'ਤੇ ਜਾਂਦਾ ਹੁੰਦਾ ਬਾਈ, ਉੱਥੇ ਮੇਰਾ ਵੀ ਆਹੀ ਪੰਗਾ ਹੁੰਦਾ ਸੀ। ਉਮਰ ਵਾਲਾ ਤਾਂ ਮੈਂ ਦੇਖ ਕੇ ਜਰਦਾ ਨਹੀਂ ਸੀ। ਉਮਰ ਵਾਲਾ ਮੈਨੂੰ ਤਾਂ ਐਂ ਲੱਗਦਾ ਸੀ ਕਿ ਆ ਕਿੱਥੋਂ ਗਿਆ ਪ੍ਰੇਸ਼ਨ ਯਾਰ, ਕਿਹਨੇ ਬਣਾਇਆ ਇਹ ਪ੍ਰੇਸ਼ਨ? ਗਾਲਾਂ ਕੱਢਿਆ ਕਰਾਂ। ਅਤੇ ਪਰ ਜਦੋਂ ਉਹੀ ਗੱਲ, ਫਿਰ ਜਿਹੜੀ ਚੀਜ਼ ਆਪਣੀ ਕਮਜ਼ੋਰੀ ਹੈ, ਜਿਹਨੂੰ ਆਪਾਂ ਤਾਕਤ ਬਣਾ ਲਈਏ ਨਾ, ਉਹਦੇ ਬੰਦਾ ਸਕਸੈਸ ਹੋ ਜਾਂਦਾ। ਜਿੱਦੇ ਤੁਸੀਂ ਆਪਦੀ ਕਮਜ਼ੋਰੀ ਨੂੰ ਆਪਦੀ ਤਾਕਤ ਬਣਾ ਲਿਆ, ਤਾਂ ਉਹਦੇ ਬਸ ਕੋਈ ਪੇਪਰ ਨਹੀਂ, ਕੋਈ ਸ਼ੇਪਰ ਨਹੀਂ। ਬਸ ਚੁੱਪ ਕਰਕੇ ਤੜਕੇ ਪਾਏ ਲੀੜੇ ਕੱਪੜੇ, ਚੰਗੀ ਲੱਤੀ ਗੱਡੀ, ਅਤੇ ਡਿਊਟੀ 'ਤੇ ਜਾਣ ਲੱਗ ਜਾਓਗੇ ਉੱਦੀ। ਇਹ ਗੱਲ ਤੁਹਾਨੂੰ ਹੋਰ ਦੱਸਦਾ, ਜਿਹੜੀ ਚੀਜ਼ ਤਾਂ ਤੁਸੀਂ ਕਰੋਗੇ ਸੌਖੀ, ਉਹ ਤਾਂ ਤੁਹਾਨੂੰ ਮਰਵਾਊਗੀ ਹਮੇਸ਼ਾ। ਤੁਸੀਂ ਦੇਖ ਲਓ, ਜਿਹੜੀ ਚੀਜ਼ ਸੌਖੀ ਹੁੰਦੀ ਉਹ ਹਮੇਸ਼ਾ ਮਰਵਾਉਂਦੀ ਹੈ। ਜਿਹੜੀ ਚੀਜ਼ ਔਖੀ ਹੁੰਦੀ ਉਹ ਹਮੇਸ਼ਾ ਸਾਥ ਦਿੰਦੀ ਹੈ, ਕਿਉਂਕਿ ਉਹ ਆਪਾਂ ਨੂੰ ਔਖ ਨਾਲ ਮਿਲੀ ਵੀ ਹੁੰਦੀ ਹੈ। ਆਪਾਂ ਨੂੰ ਕਦਰ ਹੁੰਦੀ ਹੈ ਉਹ ਚੀਜ਼ ਦੀ। ਇੱਕ ਤੁਸੀਂ ਨੋਟ ਕਰਿਓ ਗੱਲ, ਪੰਜਾਬੀ ਲੈਂਗੁਏਜ ਹੈ। ਪੰਜਾਬੀ ਆਪਾਂ ਪੜ੍ਹ ਕੇ ਜਾਂਦਾ ਪੇਪਰ 'ਚ? ਕੋਈ ਨਹੀਂ ਪੜ੍ਹ ਕੇ ਜਾਂਦਾ ਨਾ। ਉਹੀ ਗੱਲ, ਪੰਜਾਬੀ 10 ਦੇ ਵਿੱਚੋਂ 6-7 ਨੰਬਰ ਰਹਿ ਜਾਂਦੇ ਉੱਥੇ ਜਾ ਕੇ ਆਪਣੇ। ਜਿਹੜੀ ਆਪਾਂ ਔਖੀ ਚੀਜ਼ ਪੜ੍ਹ ਕੇ, ਜਿਵੇਂ ਔਖੀ ਚੀਜ਼ ਆਪਾਂ ਨੂੰ ਪਤਾ ਹੁੰਦਾ ਕਿ ਵੀ ਮਸਾਂ ਸਿੱਖੀ ਹੈ, ਇਹ ਤਾਂ ਆਪਾਂ ਭੁੱਲਣੀ ਵੀ ਨਹੀਂ ਹੈਗੀ। ਪ੍ਰੈਕਟਿਸ ਕਰੋ ਵੱਧ ਤੋਂ ਵੱਧ। ਠੀਕ ਹੈ, ਦੇਖੋ ਹੁਣ ਆ ਗਏ ਆਪਾਂ ਅਗਲੇ ਸਵਾਲ 'ਤੇ। ਬੱਚੋ ਮੈਥ ਇਹੀ ਚੀਜ਼ ਹੈ ਜਿਹੜੀ ਆਪਾਂ ਜੇ ਇਕੱਲਾ ਕਰੀ ਚੱਲੀਏ, ਮੈਥ ਫੇਰ ਨਹੀਂ ਨਿਕਲਦਾ। ਨਾਲ ਗੱਲਾਂ ਬਾਤਾਂ ਵੀ ਜ਼ਰੂਰੀ ਹੁੰਦੀਆਂ ਇਹਦੇ। 10 ਸਾਲ ਪਹਿਲਾਂ ਪਿਤਾ ਦੀ ਉਮਰ ਆਪਣੇ ਪੁੱਤਰ ਦੀ ਉਮਰ ਦਾ 3 ਗੁਣਾ ਸੀ। ਪਿਤਾ ਪੁੱਤਰ ਨੇ ਉਲਝਾ ਰੱਖਿਆ ਆਪਾਂ ਨੂੰ, ਹੈ ਨਾ ਓਏ। ਦੇਖੋ ਜੀ, ਕਿੱਥੋਂ 10 ਸਾਲ ਪਹਿਲਾਂ, ਮੈਥਸ ਲਾ ਲਿਆ ਕਰੋ, ਇਹ ਤੋਂ ਪਤਾ ਲੱਗ ਜਾਂਦਾ। ਪਿਤਾ ਦੀ ਉਮਰ ਆਪਣੇ ਪੁੱਤਰ ਦੀ ਉਮਰ ਦੀ ਕਿੰਨੀ ਸੀ ਪ੍ਰਧਾਨ ਸਾਹਿਬ? 3:1। ਪਰ 10 ਸਾਲਾਂ ਬਾਅਦ ਪਿਤਾ ਦੀ ਉਮਰ ਆਪਣੇ ਪੁੱਤਰ ਦੀ ਉਮਰ ਦਾ ਕਿੰਨਾ ਹੋ ਜਾਂਦੀ ਹੈ? 10 ਸਾਲਾਂ ਬਾਅਦ ਇਹ ਹੋ ਜਾਂਦੀ ਹੈ ਭਾਈ 2 ਗੁਣਾ 2:1। ਇਹ ਤੁਹਾਨੂੰ ਦੱਸਿਆ ਵਾ 3 ਗੁਣਾ ਜੇ 8 ਗੁਣਾ ਜੇ 20 ਗੁਣਾ ਜੇ 20/1 ਲਾ ਦਿਓ ਨਾਲ। ਠੀਕ ਹੈ, ਇੱਥੋਂ ਤੱਕ ਗੱਲ ਉੱਪਰ ਕਲੀਅਰ ਹੋ ਗਈ। ਹੁਣ ਰੌਲਾ ਪੈਣਾ ਗੈਪ 'ਤੇ। ਗੈਪ ਬਰਾਬਰ ਹੈ, ਇੱਥੇ ਗੈਪ ਕਿੰਨੇ ਦਾ ਪੈ ਰਿਹਾ? 2 ਦਾ। ਇੱਥੇ ਗੈਪ ਕਿੰਨੇ ਦਾ ਪੈ ਰਿਹਾ? 1 ਦਾ। ਤਾਂ ਜਦੋਂ ਆਪਾਂ ਗੈਪ ਬਰਾਬਰ ਕਰਾਂਗੇ, ਆਹ 1 ਦੀ ਗੁਣਾ ਤਾਂ 3 'ਤੇ 1 ਨਾਲ ਕਰਾਂਗੇ, ਅਤੇ ਆਹ 2 ਦੀ ਗੁਣਾ 2 'ਤੇ 1 ਨਾਲ ਕਰਾਂਗੇ। ਤਾਂ ਜਦੋਂ 1 ਦੀ ਗੁਣਾ ਤਾਂ ਨਾਲ ਕੀਤੀ, ਇਹ ਤਾਂ ਉੱਦਾਂ ਹੀ ਉੱਦਾਂ ਰਹਿ ਜੂਗਾ। ਠੀਕ ਹੈ, ਦੁਬਾਰਾ ਉਵੇਂ ਜਿਵੇਂ ਲਿਖ ਲਓ ਥੱਲੇ। ਮੈਥਸ 10
ਪਿਤਾ ਅਤੇ ਪੁੱਤਰ ਜਿਹੜੇ ਗਾਹ ਪਾਈ ਫਿਰਦੇ ਆਪਣਾ, ਅਤੇ +10 +10 ਅਤੇ ਇੱਥੇ ਕਿੰਨੀ ਹੋ ਗਈ 2 ਦੀ ਜੋ ਕੀਤੀ 4 /2। ਇੱਥੋਂ ਤੱਕ ਕੱਢ ਲਿਆ। ਹੁਣ ਗੈਪ ਕੀ ਹੋ ਗਿਆ, ਹੁਣ ਗੈਪ ਬਰਾਬਰ ਹੋ ਗਿਆ। 3 ਤੋਂ ਕਿੰਨਾ ਬਣ ਰਿਹਾ 4, 1 ਦਾ ਫਰਕ ਪੈ ਗਿਆ। 1 ਤੋਂ ਕਿੰਨਾ ਬਣ ਰਿਹਾ 2। ਠੀਕ ਹੈ, ਬਸ ਸਾਰੀ ਗੱਲ ਕਲੀਅਰ ਹੋ ਗਈ। 3 ਤੋਂ 4 ਬਣ ਦੇ ਵਿੱਚ 3 ਤੋਂ 4 ਬਣ ਰਿਹਾ, ਕਿੰਨੇ ਹਿੱਸੇ ਦਾ ਫਰਕ ਪੈ ਰਿਹਾ 1 ਹਿੱਸੇ ਦਾ। 1 ਹਿੱਸੇ ਵਧਣਾ ਕਿੰਨੇ ਸਾਲਾਂ ਦਾ ਫਰਕ ਪੈ ਗਿਆ 10 ਸਾਲ ਆ ਸੀ, 10 ਸਾਲ ਆ ਸੀ, ਕਿੰਨੇ ਸਾਲਾਂ ਦਾ ਫਰਕ ਪੈ ਗਿਆ 20 ਦਾ। ਤਾਂ 1 ਹਿੱਸੇ ਦੇ ਵਿੱਚ ਕਿੰਨੇ ਸਾਲ ਆ ਗਏ 20 ਸਾਲ ਆ ਗਏ। 1 ਹਿੱਸੇ ਦੇ ਵਿੱਚ ਕਿੰਨੇ ਸਾਲ ਆ ਗਏ 20 ਸਾਲ ਆ ਗਏ। ਠੀਕ ਹੈ, ਤਾਂ 1 ਹਿੱਸੇ ਦੇ ਵਿੱਚ 20 ਸਾਲ ਆ ਗਏ। ਅਤੇ ਇੱਥੇ ਪਿਤਾ ਦੀ ਉਮਰ ਕਿੰਨੀ ਹੈ 3 ਹਿੱਸੇ ਪਿਤਾ ਕੋਲ, ਪਿਤਾ ਦੀ ਉਮਰ ਹੋਊਗੀ 60 ਸਾਲ। ਅਤੇ ਪੁੱਤਰ ਦੀ ਉਮਰ, ਪੁੱਤਰ ਕੋਲ ਕਿੰਨੇ ਹਿੱਸੇ ਵਿਚਾਰੇ ਕੋਲ, ਪੁੱਤਰ ਕੋਲ 1 ਹਿੱਸਾ, ਇਹਦੀ ਉਮਰ ਹੋ ਗਈ 20 ਸਾਲ। ਠੀਕ ਹੈ ਨੇ, ਵਰਤਮਾਨ ਉਮਰ ਦਾ ਦੱਸਣਾ ਗਾ। ਤਾਂ ਇਹ ਉਮਰ ਕਿੰਨੀ ਹੈ ਜਦੋਂ 10 ਸਾਲ ਪਹਿਲਾਂ ਦੀ ਉਮਰ ਹੈ, ਅਤੇ ਅੱਜ 10 ਸਾਲਾਂ ਬਾਅਦ ਇਹਨਾਂ ਦੀ ਉਮਰ ਕਿੰਨੀ ਹੋਊਗੀ। ਜਦੋਂ ਆਪਾਂ ਇੱਥੇ ਵਰਤਮਾਨ ਉਮਰ ਦੇ ਵਿੱਚ ਪਹੁੰਚਾਂਗੇ ਤਾਂ ਪਿਤਾ ਦੀ ਉਮਰ ਤਾਂ ਹੋ ਜੂਗੀ 70 ਸਾਲ, ਪੁੱਤਰ ਦੀ ਉਮਰ 20 ਸਾਲ ਸੀ, 10 ਸਾਲ ਹੋ ਜੁੜ ਗਏ ਵਿੱਚ 30 ਸਾਲ। ਰੇਸ਼ੋ ਹੀ ਪੁੱਛੀ ਆ, 0 ਨਾਲ 0 ਕੱਟਤੀ, ਤਾਂ 7:3 ਆਪਣੇ ਕੋਲ ਆਨਸਰ ਆ ਗਿਆ। ਆ ਪਿਆ B ਨੰਬਰ ਆਪਸ਼ਨ ਆਨਸਰ ਲਿਆਂਦਾ। ਹੁਣ ਤਾਂ ਕਲੀਅਰ ਹੈ, ਹੁਣ ਤਾਂ ਨਹੀਂ ਡਰਦੇ ਸਵਾਲਾਂ ਤੋਂ। ਜੇ ਬਸ ਔਖੇ ਸਵਾਲ, ਜਦੋਂ ਸਪੀਡ ਬਣ ਗਈ ਨਾ 30 ਸਕਿੰਟ, 30 ਸਕਿੰਟ ਹੱਦ ਆ ਬਸ। 30 ਸਕਿੰਟ ਤੁਸੀਂ ਲਿਆ ਨਹੀਂ ਕਹਿੰਦੇ, ਤੁਸੀਂ ਪਾਰਟੀ 'ਚ ਫੁਗਰੀ 'ਚ ਸਵਾਲ ਕੱਢਿਆ ਕਰਨੇ ਆ ਕਿ ਆਹ ਪਿਆ ਆਨਸਰ ਸਾਡਾ। ਆ ਜਾ, ਹੁਣ ਆ ਗਿਆ ਦੁੱਧ ਵਾਲਾ। ਦੁੱਧ ਦੇ ਪਾਣੀ, ਦੁੱਧ ਅਤੇ ਪਾਣੀ ਦੇ ਮਿਸ਼ਰਣ ਵਿੱਚ ਦੁੱਧ ਅਤੇ ਪਾਣੀ ਦਾ ਅਨੁਪਾਤ ਕਿੰਨਾ ਹੈਗਾ 5:8 ਹੈ। ਆਪਾਂ ਐਕਸ ਲਾ ਲਓ, ਉਹਦੇ ਵਾਲਾ ਕੰਮ ਹੀ ਕਰੋ ਆਪਾਂ। ਠੀਕ ਹੈ, ਮਿਸ਼ਰਣ ਦੇ ਵਿੱਚ 10 ਲੀਟਰ ਪਾਣੀ ਮਿਲਾਉਣ ਤੋਂ ਬਾਅਦ, ਮਿਸ਼ਰਣ ਦੇ ਵਿੱਚ 10 ਲੀਟਰ ਪਾਣੀ ਮਿਲਾਤਾ, ਪਾਣੀ 'ਚ ਹੀ ਮਿਲੂਗਾ। ਮਿਸ਼ਰਣ ਦੇ ਵਿੱਚ ਮਿਲਾਤਾ 10 ਲੀਟਰ ਪਾਣੀ, ਪਾਣੀ ਕਿੱਥੇ ਹੈ, ਪਾਣੀ ਪਿਆ 8:8 ਵਾਲਾ। ਆਹ ਪਾਣੀ ਇਹਦੇ ਵਿੱਚ ਕਿੰਨਾ ਮਿਲਾਤਾ 10 ਲੀਟਰ ਪਾਣੀ ਮਿਲਾਤਾ, ਅਤੇ ਅਨੁਪਾਤ ਕਿੰਨਾ ਰਹਿ ਗਿਆ 1:2। ਰੌਲਾ ਪੈ ਗਿਆ ਬਸ ਇੱਥੇ। ਆਹ ਚੀਜ਼ ਇਕੁਏਸ਼ਨ ਬਣਾ ਲਓ। ਜੇ ਤਾਂ ਪਾਣੀ 'ਚ ਮਿਲਾਇਆ ਤਾਂ ਇੱਥੇ ਲਿਖ ਲਓ 10, ਜੇ ਦੁੱਧ 'ਚ ਮਿਲਾਇਆ ਤਾਂ 10 ਤਾਂ ਲਿਖ ਲਾਂਦੇ। ਬਸ ਹੁਣ ਕੀ ਪਤਾ ਕਰਨਾ ਮਿਸ਼ਰਣ। 5 ਦੂਣੀ 10x 8x 10, x ਨੂੰ ਆਪਾਂ ਇੱਧਰ ਲਿਆਏ 2x, 10 ਉੱਧਰ ਰਹਿ ਗਿਆ, x ਦੀ ਵੈਲਿਊ ਕਿੰਨੀ ਆ ਗਈ 5 ਆ ਗਈ। ਪੁੱਛਿਆ ਕਿ ਦੁੱਧ ਦੀ ਮਾਤਰਾ ਕਿੰਨੀ, ਦੁੱਧ ਕਿੱਥੇ ਪਿਆ, ਦੁੱਧ ਪਿਆ ਆਹ, x ਦੀ ਵੈਲਿਊ ਕਿੰਨੀ ਹੈ 5, 5 ਗੁਣਾ 5, ਤਾਂ ਪ੍ਰਧਾਨ ਸਾਹਿਬ 25 ਲੀਟਰ ਦੁੱਧ ਦੀ ਮਾਤਰਾ। ਦੁੱਧ ਦੀ ਮਾਤਰਾ ਆਪਾਂ ਛੇੜੀ ਨਹੀਂ। ਠੀਕ ਹੈ, ਜੇ ਪੁੱਛਣਾ ਤੇ ਪਾਣੀ ਦੀ ਮਾਤਰਾ ਕਿੰਨੀ ਹੈ, ਪਾਣੀ ਦੀ ਮਾਤਰਾ ਹੈਗੀ ਇਹਦੇ ਵਿੱਚ 8 5 40 ਪਹਿਲਾਂ ਸੀ, ਅਤੇ 10 ਆ ਹੋਰ ਪਾਤੇ ਪਤੰਦਰਾਂ ਨੇ। 50 ਲੀਟਰ ਤਾਂ ਆਪਣਾ ਤਾਂ ਪਾਣੀ, ਅਤੇ 75 ਲੀਟਰ 25 ਲੀਟਰ ਹੈਗਾ ਸੀ ਦੁੱਧੂ। ਠੀਕ ਹੈ, ਅਤੇ ਆ ਗਿਆ ਦੁੱਧ ਦਾ ਪੁੱਛਿਆ, ਪਾਣੀ ਦਾ ਪੁੱਛ ਲਿਆ, ਦੱਸ ਦਿਓ। ਠੀਕ ਹੈ, ਸ਼ੁਰੂਆਤੀ ਪੁੱਛਦੇ ਤਾਂ 40 ਆ ਜਾਂਦੇ, ਜੇ ਹੁਣ ਪੁੱਛਣਾ ਤਾਂ 50 ਆ ਗਿਆ। ਆਈ ਜਾਂਦਾ ਸਮਝ ਕੇ ਨਹੀਂ। ਠੀਕ ਹੈ, ਔਰ ਕੱਢ ਲਓਗੇ ਜਰਾ ਆਪਦੇ ਆਪ, ਮੈਨੂੰ ਕਿ ਤੰਗ ਕਰਦੇ ਹੋ। ਦੁੱਧ ਅਤੇ ਪਾਣੀ ਦੇ ਮਿਸ਼ਰਣ ਦਾ ਅਨੁਪਾਤ, ਦੁੱਧ ਕਿੰਨਾ ਗਾ 3x, ਪਾਣੀ ਕਿੰਨਾ 2x। 8 ਲੀਟਰ ਦੁੱਧ ਹੋਰ ਮਿਲਾਉਣ ਨਾਲ, 8 ਲੀਟਰ ਦੁੱਧ ਮਿਲਾਤਾ, ਦੁੱਧ ਕਿੱਥੇ ਹੈ। ਠੀਕ ਹੈ, ਅਤੇ ਪਾਣੀ ਅਤੇ ਮਿਸ਼ਰਣ ਦਾ ਅਨੁਪਾਤ ਕਿੰਨਾ ਹੋ ਗਿਆ, ਪਾਣੀ ਦੀ ਮਾਤਰਾ ਪਤਾ ਕਰਨੀ, ਉਹੀ ਚੀਜ਼ ਸੇਮ ਆ ਗਈ ਪਹਿਲਾਂ ਵਾਂਗੂ। 3x 8 4x, x ਨੂੰ ਇੱਧਰ ਲੈ x ਰਹਿ ਗਈ, ਜਿਹਨੂੰ x ਨੂੰ ਉੱਧਰ ਲੈ ਚੱਲਦੇ ਆ, 8 ਇੱਧਰ ਹੀ ਲਿਖ ਲਓ, 4x - 3x ਵਗ ਗਿਆ, ਅਤੇ 8 ਦੇ ਬਰਾਬਰ x ਦੀ ਵੈਲੂ ਕਿੰਨੀ ਆ ਗਈ। ਨਹੀਂ ਪੁੱਛਿਆ ਕਰੀ ਇਹਨੇ, ਦੁੱਧ ਦੀ ਪੁੱਛਿਆ, ਪਾਣੀ ਦੀ ਪੁੱਛਿਆ। ਪਾਣੀ ਆ ਪਿਆ ਥੱਲੇ 8 ਦੂਣੀ 16 ਲੀਟਰ ਪਾਣੀ ਹੈ। ਬਸ ਆਹ ਚੀਜ਼ ਹੈ। ਇੱਕ ਤੋਂ ਦੱਸਿਆ ਕਿ ਬੜੇ ਫਾਰਮੂਲੇ ਲਵਾਂ, ਲਿਮਟਡ ਜਿਹੇ ਫਾਰਮੂਲੇ ਆ, ਸਾਰੇ ਮੈਥ ਦੇ ਵਿੱਚ ਇਹੀ ਚੱਲਣਗੇ। ਜਿਹੜਾ ਆਪਣਾ ਯਾਦ ਰੱਖਣਾ ਗਾ ਉਹ ਵੀ ਰਹਿੰਦਾ ਹੈਗਾ, ਹੈ ਨਾ। ਔਰ ਕੱਢ ਲਓਗੇ ਜਿਹੜਾ ਆਪਦੇ ਆਪ। ਦੁੱਧ ਅਤੇ ਜੂਸ ਦੇ ਵਿੱਚ, ਦੁੱਧ ਅਤੇ ਜੂਸ ਦਾ ਮਿਸ਼ਰਣ ਕਿੰਨਾ ਗਾ ਇੰਨਾ। ਮਿਸ਼ਰਣ ਵਿੱਚ 12 ਲੀਟਰ ਜੂਸ ਮਿਲਾਉਣ ਨਾਲ ਜੂਸ 'ਚ ਜੂਸ ਹੀ ਮਿਲੂਗਾ। ਕਿੰਨਾ ਅਨੁਪਾਤ ਹੋ ਗਿਆ 1:2 ਹੋ ਗਿਆ। ਸ਼ੁਰੂਆਤੀ ਮਿਸ਼ਰਣ ਦੀ ਮਾਤਰਾ ਪਤਾ ਕਰਨੀ ਹੈ। ਮਿਸ਼ਰਣ ਕਿੰਨਾ ਸੀ, ਸਾਰਾ ਟੋਟਲ ਮਿਸ਼ਰਣ ਪੁੱਛ ਲਿਆ ਇਹਨਾਂ ਨੇ ਕਿੰਨਾ ਸੀ। 4x ਕ੍ਰੋਸ ਮਲਟੀਪਲਾਈ ਕਰਾਂਗੇ 3x + 12x ਦੀ ਵੈਲੂ ਆ ਗਈ 12, 12 ਦੂਣਾ 24 ਲੀਟਰ ਤਾਂ ਕੀ ਸੀ ਇੱਥੇ ਦੁੱਧ ਸੀ, ਅਤੇ 3x ਦੇ ਵਿੱਚ ਧਰਿਆ 12 ਤੇ 36 ਆ ਹੋ ਗਿਆ, ਤਾਂ ਟੋਟਲ ਹੋ ਗਿਆ 60 ਲੀਟਰ ਮਿਸ਼ਰਣ ਹੋ ਗਿਆ। ਇਹਦੀ ਵੀ x ਦੀ ਵੈਲੂ ਭਰਤੀ, ਇਹਦੀ ਵੀ ਵੈਲੂ ਭੇਜਤੀ, ਅਤੇ ਆਨਸਰ ਆ ਗਿਆ ਸੀ ਆਪਣਾ। ਠੀਕ ਹੈ, ਹੁਣ ਇਹ 'ਚ ਕਨਫਿਊਜ਼ਨ ਹੋਣ ਦੀ ਕੋਈ ਲੋੜ ਨਹੀਂ ਯਾਰ। ਠੀਕ ਹੈ, ਹੁਣ ਆਪਣਾ ਇੱਕ ਪ੍ਰਸ਼ਨ ਰਹਿ ਗਿਆ ਸੀ
ਹਾਂ ਧਿਆਨ ਨਾਲ ਦੇਖਣਾ ਸਵਾਲ, ਠੀਕ ਹੈ, ਬਿਲਕੁਲ ਧਿਆਨ ਨਾਲ। 2.5 ਸਾਲ ਪਹਿਲਾਂ ਪਿਤਾ ਦੀ ਉਮਰ ਆਪਣੇ ਪੁੱਤਰ ਦੀ ਉਮਰ ਦੀ 2.5 ਗੁਣਾ ਸੀ। 2 ਸਾਲਾਂ ਬਾਅਦ ਪਿਤਾ ਦੀ ਉਮਰ 2 ਗੁਣਾ ਹੋ ਗਈ। ਪੁੱਤਰ ਦੀ ਵਰਤਮਾਨ ਉਮਰ ਦੱਸੋ। ਹੁਣ ਸਾਰਿਆਂ ਨੂੰ ਵੱਧ ਕਨਫਿਊਜ਼ਨ ਹੋਈ ਹੈ। 2.5 ਗੁਣਾ ਆ ਗਈ, 2.5 ਗੁਣਾ ਪ੍ਰਧਾਨ ਸਾਹਿਬ ਕਿੱਥੋਂ ਪਤਾ ਜੀ, ਸਾਥੋਂ ਤਾਂ ਪਹਿਲਾਂ ਨਹੀਂ ਨਿਕਲਦੀ ਸੀ, ਤੁਸੀਂ ਹੋਰ ਪੰਗਾ ਖੜਾ ਕਰਤਾ। ਤਾਂ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ, ਧਿਆਨ ਦੇਣਾ। ਪਹਿਲਾਂ ਤਾਂ ਲਿਖੋ ਪਿਤਾ ਅਤੇ ਪੁੱਤਰ, ਜਮਾਂ ਸੇਮ ਟੂ ਸੇਮ ਕੱਢਾਂਗੇ, ਬਿਲਕੁਲ ਵੀ ਔਖਾ ਘਬਰਾਉਣ ਵਾਲੀ ਕੋਈ ਗੱਲ ਨਹੀਂ। ਜਿੰਨੇ ਚਿਰ ਮੈਂ ਹੈਗਾ ਉਹਨਾਂ ਚਿਰ ਘਬਰਾਉਣਾ ਯਾਰ, ਠੀਕ ਹੈ, ਜਿੱਦੇ ਵੀ ਨਾ ਹੋਇਆ ਉਹਦੇ ਘਬਰਾ ਲਿਓ, ਠੀਕ ਹੈ। ਤਾਂ 10 ਸਾਲ ਪਹਿਲਾਂ ਉਹਦੀ ਉਮਰ, ਪਿਤਾ ਦੀ ਉਮਰ ਕਿੰਨੀ ਸੀ, 2.5 ਗੁਣਾ। ਅਤੇ ਆਹ ਕਿੰਨੀ ਹੋਊਗੀ ਨਾਲ 2.5 ਗੁਣਾ, ਤੁਹਾਨੂੰ ਪਤਾ ਕਿ 2.5 ਗੁਣਾ ਕਹਿੰਦਾ 10 ਗੁਣਾ ਕਹਿੰਦਾ 5 ਗੁਣਾ ਕਹਿੰਦਾ, ਨਾਲ ਆਪਾਂ ਇੱਕ ਲਾਉਣਾ ਹੀ ਲਾਉਣਾ ਹੁੰਦਾ। ਤਾਂ ਜਦੋਂ ਇਹ ਕੰਡੀਸ਼ਨ ਬਣ ਜੇ ਤਾਂ ਇਹਦੀ ਵੀ 2 ਨਾਲ ਗੁਣਾ ਕਰ ਦਿਓ, ਆਪਦੇ ਕੋਲੋਂ ਤਾਂ ਇਹਦੀ ਵੀ 2 ਨਾਲ ਗੁਣਾ ਕਰ ਦਿਓ। ਇੱਥੇ 2 ਆ ਜੂ, ਇੱਥੇ 5 ਆ ਜੂਗਾ, ਠੀਕ ਹੈ। 2 ਆਪਦੇ ਕੋਲੋਂ ਲਾ ਲੈਣਾ। ਇਹਦੇ ਕੀ ਹੋ ਜੂਗੀ, ਆਪਣੇ ਕੋਲ ਜਿਹੜੀ ਕਰੈਕਸ਼ਨ ਹੋਊਗੀ ਪੁਆਇੰਟਾਂ ਦੀ ਉਹ ਟੁੱਟ ਜੂਗੀ, ਕਿਉਂਕਿ ਸਵਾਲ ਤਾਂ ਵੀ ਨਿਕਲ ਜੂਗਾ ਪਰ ਐਂ ਉਲਝਣ ਵਾਲੀ ਪੈਣੀ ਹੈ, ਪੁਆਇੰਟਾਂ 'ਚ ਆਨਸਰ ਆਊਗਾ, ਬਸ ਉੱਥੇ ਆਪਣਾ ਟਾਈਮ ਖਰਾਬ ਹੋ। ਜਦੋਂ ਆਪਾਂ 2 ਨਾਲ ਗੁਣਾ ਕਰ ਲਓ, ਜਦੋਂ ਆਪਾਂ 2 ਨਾਲ ਗੁਣਾ ਕਰ ਲਈ ਤਾਂ ਐਟੋਮੈਟਿਕ ਹੀ ਆਪਣੇ ਕੋਲ ਕੀ ਬਣ ਗਿਆ, 5:2, ਠੀਕ ਹੈ। ਜਿਵੇਂ 2.5 ਲਿਖਿਆ, 2.5 ਗੁਣਾ ਹੋ ਜਾਂਦੀ, 2.5 ਨਾਲ ਇੱਕ ਤਾਂ ਲਾਉਣਾ ਹੀ ਲਾਉਣਾ, ਅਤੇ ਇਹਦੀ ਵੀ 2 ਨਾਲ ਗੁਣਾ ਕਰ ਦਿਓ, ਇਹਦੀ ਵੀ 2 ਨਾਲ ਗੁਣਾ ਕਰ ਦਿਓ, 5:2 ਆ ਗਿਆ, ਠੀਕ ਹੈ। 5:2 ਆ ਗਿਆ, ਹੁੰਦਾ ਨਹੀਂ ਕੋਈ ਕਨਫਿਊਜ਼ਨ ਹੈਗੀ। ਤਾਂ 5:2 ਲਾਤਾ। ਇਹ ਕਿੰਨੇ ਸਾਲ ਪਹਿਲਾਂ ਦੀ ਗੱਲ ਹੈ, 10 ਸਾਲ ਪਹਿਲਾਂ ਦੀ ਗੱਲ ਹੈ। ਪਰ ਕਹਿੰਦੇ 2 ਸਾਲਾਂ ਬਾਅਦ +2 ਈਅਰ ਉਹਨਾਂ ਦੇ ਪਿਤਾ ਦੀ ਉਮਰ ਆਪਣੇ ਪੁੱਤਰ ਦੀ ਉਮਰ ਦਾ ਕਿੰਨਾ ਹੋ ਗਿਆ, 2:1 ਹੋ ਗਿਆ। ਇਹਨੇ ਵਰਤਮਾਨ ਉਮਰ ਦੱਸੋ। ਵਰਤਮਾਨ ਉਮਰ ਪੁੱਛਣਾ, ਅਗਲੀ ਉਮਰ ਪੁੱਛਣਾ, ਪਿਛਲੀ ਉਮਰ ਪੁੱਛਣਾ, ਜਿਹੜਾ ਕੋਈ ਸਵਾਲ ਨਿਕਲ ਗਿਆ ਮੁੜ ਕੇ ਤਾਂ ਆਪਣੀ ਮਰਜ਼ੀ ਚਲੋਂ ਕਰਨੀ ਆਪਾਂ, ਮੁੜ ਕੇ ਆਪਾਂ ਕਿਸੇ ਦੀ ਨਹੀਂ ਸੁਣਨੀ। ਦੇਖੋ ਸਭ ਤੋਂ ਪਹਿਲਾਂ ਗੈਪ ਦੇਖੋ, ਇੱਥੇ ਗੈਪ ਕਿੰਨੇ ਦਾ, 3 ਦਾ। ਇੱਥੇ ਗੈਪ ਕਿੰਨੇ ਦਾ, 1 ਦਾ। ਹੁਣ ਆਪਾਂ ਭਲੇ ਮਾਨਸੂ ਕੀ ਕਰਾਂਗੇ, ਥੱਲੇ ਦੀ 1 ਦੀ ਤਾਂ 5 ਤੇ 2 ਨਾਲ ਗੁਣਾ ਕਰਾਂਗੇ, ਅਤੇ 3 ਦੀ 2 ਤੇ 1 ਨਾਲ ਕਰਾਂਗੇ, ਕਿਉਂਕਿ ਆਪਾਂ ਗੈਪ ਬਰਾਬਰ ਕਰਨੇ ਆ। ਜਦੋਂ 1 ਦੀ 5 ਨਾਲ ਗੁਣਾ ਕੀਤੀ ਇੱਥੇ ਰਹਿ ਜੂਗਾ 5, ਇੱਥੇ ਜਦੋਂ 2 ਨਾਲ ਕੀਤੀ ਇੱਥੇ ਰਹਿ ਜੂਗਾ 2। ਉਹ ਜਿਵੇਂ ਕੰਡੀਸ਼ਨ ਥੱਲੇ ਜਿਵੇਂ ਇੱਧਰ ਰੱਖ ਬਣਾਈ ਸੀ, ਉਵੇਂ ਇੱਧਰ ਬਣਾ ਲਓ। 10 ਸਾਲ ਇੱਥੇ ਲਿਖਿਆ ਸੀ, 10 ਸਾਲ ਇੱਥੇ ਲਿਖਿਆ ਸੀ, ਇੱਥੇ ਪਿਤਾ ਲਿਖਿਆ ਸੀ, ਇੱਥੇ ਪੁੱਤਰ ਲਿਖਿਆ ਸੀ, ਇੱਥੇ 2 ਸਾਲਾਂ ਬਾਅਦ ਲਿਖਿਆ ਸੀ, ਇੱਥੇ ਵੀ 2 ਸਾਲਾਂ ਬਾਅਦ ਲਿਖਿਆ ਸੀ। ਅਤੇ ਹੁਣ ਆਪਾਂ 3 ਦੀ ਗੁਣਾ ਕਰਨੀ ਹੈ 2 ਨਾਲ, 3 ਦੂਣੀ 6 ਅਤੇ 3। ਹੁਣ ਗੈਪ ਕੀ ਹੋ ਗਿਆ, ਹੁਣ ਦੇਖੋ ਗੈਪ ਬਰਾਬਰ ਹੋ ਗਏ, 5 ਤੋਂ 6 ਹੋ ਰਿਹਾ, 2 ਤੋਂ 3 ਹੋ ਰਿਹਾ। ਕਿੰਨੇ ਦਾ ਫਰਕ ਪੈ ਰਿਹਾ, 1 ਦਾ। ਇੱਥੇ ਵੀ 1 ਦਾ ਫਰਕ ਪੈ ਰਿਹਾ। 1 ਰੇਸ਼ੋ ਦਾ ਫਰਕ ਪੈ ਜਾਂਦਾ, ਕਿੰਨੇ ਸਾਲਾਂ ਦਾ ਫਰਕ ਪੈ ਗਿਆ, 10 ਸਾਲ ਆ ਸੀ, 2 ਸਾਲ ਆ ਸੀ। ਕਿੰਨੇ ਦਾ ਫਰਕ ਪੈ ਗਿਆ 1 ਰੇਸ਼ੋ ਨਾਲ, 1 ਰੇਸ਼ੋ ਨਾਲ ਫਰਕ ਪੈ ਗਿਆ 12 ਸਾਲ ਦਾ, ਠੀਕ ਹੈ। ਅਤੇ ਹੁਣ ਆਪਾਂ ਬਸ ਉਮਰਾਂ ਕੱਢ ਲਓ, ਭਾਵੇਂ ਥੱਲੇ ਇਹ ਤੋਂ ਚੱਕ ਲਓ, ਭਾਵੇਂ ਇਹ ਤੋਂ ਚੱਕ ਲਓ, ਆਨਸਰ ਸੇਮ ਹੀ ਆਉਣਾ। ਜੇ ਤਾਂ ਇਹ ਤੋਂ ਆਉਂਦਾ ਤਾਂ ਘਟਾ ਦਿਓ 2 ਸਾਲ, ਜੇ ਇਹ ਤੋਂ ਆਉਂਦਾ ਤਾਂ 16 ਸਾਲ ਵਧਾ ਦਿਓ, ਤਾਂ ਆਪਾਂ ਤਾਂ ਹੀ ਚੱਕਦੇ ਹੁੰਦੇ ਸ਼ੁਰੂ ਤੋਂ ਹੀ। ਅਤੇ ਇੱਕ ਜਿਹੜਾ ਪਿਤਾ ਦੇ ਕੋਲ ਕਿੰਨੇ ਹਿੱਸੇ ਆ, 5 ਹਿੱਸੇ ਆ, ਤਾਂ 1 ਹਿੱਸੇ ਦੀ ਵੈਲੂ ਕਿੰਨੀ ਹੈ, 12। ਤਾਂ 5 ਗੁਣਾ ਜਦੋਂ ਆਪਾਂ 12 ਕਰਾਂਗੇ ਤਾਂ 12 5 ਆ ਜਾਊਗਾ ਆਪਣੇ ਕੋਲ 60। ਅਤੇ ਪੁੱਛੀ ਕਿਤੇ ਪੁੱਤਰ ਦੀ ਪੁੱਛ ਰਹੇ ਆ, ਤਾਂ ਪੁੱਤਰ ਕੋਲ ਕਿੰਨੇ ਹਿੱਸੇ, 2 ਹਿੱਸੇ। ਇੱਕ ਹਿੱਸੇ ਦੀ ਵੈਲੂ ਕਿੰਨੀ ਹੈ, 24। ਕਹਿਣ ਦਾ ਮਤਲਬ ਕਿ ਪੁੱਤਰ ਦੀ ਉਮਰ ਹੈਗੀ ਹੈ 24 ਸਾਲ। 24 ਸਾਲ ਕਦੋਂ ਸੀ, ਅੱਜ ਤੋਂ 10 ਸਾਲ ਪਹਿਲਾਂ 24 ਸਾਲ ਸੀ। ਅਤੇ ਅੱਜ ਕਿੰਨੀ ਉਮਰ ਹੋ ਜੂ ਪੁੱਤਰ ਦੀ, 24 'ਚ 10 ਜੋੜੇ ਤਾਂ ਅੱਜ ਦੇ ਟਾਈਮ 'ਚ ਪੁੱਤਰ ਦੀ ਉਮਰ ਹੋ ਜੂਗੀ 34 ਸਾਲ। ਅਤੇ 34 ਸਾਲ ਆ ਪਿਆ ਮੇਰੇ ਦੋਸਤੋ A ਨੰਬਰ ਆਪਸ਼ਨ ਦੇ ਵਿੱਚ, ਠੀਕ ਹੈ। ਕਿੱਥੇ ਪਿਆ, A ਨੰਬਰ ਆਪਸ਼ਨ ਦੇ ਵਿੱਚ, ਠੀਕ ਹੈ ਜੀ। ਹੁਣ ਤੁਹਾਨੂੰ ਭਾਈ ਅਸਾਈਨਮੈਂਟ ਇਹ ਵੀ ਟੈਲੀਗ੍ਰਾਮ ਦੇ ਵਿੱਚ ਸੈਂਡ ਕਰ ਦੇਣਾ। ਹੁਣ ਬਾਹਲੇ ਬੱਚਿਆਂ ਨੂੰ ਇਹ ਕਨਫਿਊਜ਼ਨ ਹੋਈ ਪਈ ਹੈਗੀ ਜੀ ਅਸਾਈਨਮੈਂਟ ਕਿੱਥੇ ਮਿਲਦੀ ਹੈ। ਦੇਖੋ ਬੱਚਿਓ, ਇੱਕ ਨਾ ਟੈਲੀਗ੍ਰਾਮ ਐਪ ਹੈਗੀ, ਪਲੇ ਸਟੋਰ ਤੋਂ ਮਿਲ ਜੂਗੀ ਤੁਹਾਨੂੰ, ਠੀਕ ਹੈ। ਉਹ ਟੈਲੀਗ੍ਰਾਮ ਐਪ ਡਾਊਨਲੋਡ ਕਰ ਲਿਓ, ਵਟਸਐਪ ਵਾਂਗੂ ਚੱਲਦੀ ਹੈ। ਉਸ ਤੋਂ ਬਾਅਦ ਆਹ ਲਿਖਿਆ ਪਿਆ ਨਾ ਵਾਟਰ ਮਾਰਕ ਦੇ ਵਿੱਚ ਆਪਣੇ ਫ੍ਰੀ ਪੰਜਾਬ ਐਗਜ਼ਾਮ ਸਟੱਡੀ, ਠੀਕ ਹੈ। ਤਾਂ ਜੇ ਤੁਸੀਂ ਇਹ ਆਪਣੇ ਚੈਨਲ 'ਤੇ ਜਾਓਗੇ ਤਾਂ ਜਦੋਂ ਚੀਜ਼ ਸਰਚ ਕਰੋਗੇ ਤਾਂ ਤੁਹਾਡੇ ਮੂਹਰੇ ਆਪਣਾ ਚੈਨਲ ਦਾ ਇੰਟਰਫੇਸ ਆ ਜਾਊਗਾ, ਠੀਕ ਹੈ। ਤਾਂ ਉਹਦੇ ਵਿੱਚ ਤੁਸੀਂ ਜਾ ਕੇ ਐਂਟਰ ਕਰ ਜਾਣਾ, ਠੀਕ ਹੈ। ਉੱਪਰ ਲਿਖਿਆ ਵੀ ਹੋਇਆ। ਵੈਸੇ ਹੋਰ ਵੀ 1-2 ਬੰਦੇ ਕਾਪੀ ਕਰਕੇ ਚੈਨਲ ਵਟਸਐਪ ਚੈਨਲ ਵੀ ਬਣਾਈ ਬੈਠਾ ਕਾਪੀ ਕਰਕੇ, ਅਤੇ ਵਟਸਐਪ ਗਰੁੱਪ ਵੀ। ਪਰ ਆਪਣਾ ਵਟਸਐਪ ਗਰੁੱਪ ਅਲੱਗ ਹੈਗਾ, ਉਹਦੇ 'ਤੇ ਫ੍ਰੀ ਪੰਜਾਬ ਐਗਜ਼ਾਮ ਸਟੱਡੀ ਲਿਖਿਆ ਹੋਊਗਾ, ਹੋਰ ਨਹੀਂ ਕੁਛ ਲਿਖਿਆ ਹੋਣਾ। ਮੂਹਰੇ ਫ੍ਰੀ ਪੰਜਾਬ ਬਹੁਤ ਲਿਖੀ ਬੈਠੇ ਆ, ਅਤੇ ਆਪਣਾ ਫ੍ਰੀ ਪੰਜਾਬ ਐਗਜ਼ਾਮ ਸਟੱਡੀ ਹੈਗਾ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਅਤੇ ਉਹਦੇ ਵਿੱਚ ਭਾਈ ਮੈਂ ਪਹਿਲੀਆਂ 2 ਅਸਾਈਨਮੈਂਟਾਂ ਪਾ ਚੁੱਕਿਆ ਹੈਗਾ, ਠੀਕ ਹੈ। ਤੀਸਰੀ ਅਸਾਈਨਮੈਂਟ ਹੁਣ ਪਾ ਦਿੰਦਾ। ਅਤੇ ਕੱਲ੍ਹ ਨੂੰ ਤੁਹਾਡਾ ਮੈਥ ਦਾ ਲੈਕਚਰ ਲੱਗਣਾ ਹੈਗਾ, ਅਤੇ ਕੱਲ੍ਹ ਦਾ ਦਿਨ ਲਾ ਕੇ ਆਪਾਂ
ਠੀਕ ਹੈ। ਪਰਸੋਂ ਤੋਂ ਆਪਾਂ ਨਵੀਂ ਇਕਾਈ ਸ਼ੁਰੂ ਕਰਨੀ ਹੈ ਅਤੇ ਅਗਲੀ ਇਕਾਈ 'ਤੇ ਆਪਾਂ ਬਾਹਲਾ ਟਾਈਮ ਨਹੀਂ ਲਾਉਣਾ। ਇਹਦੇ 'ਤੇ ਆਪਾਂ ਜ਼ਿਆਦਾ ਟਾਈਮ ਤਾਂ ਲਾਇਆ ਸੀ ਨਾ ਕਿਉਂਕਿ ਆਪਾਂ ਸਾਰੇ ਮੈਥ ਦੇ ਵਿੱਚ ਹੀ ਇਕਾਈ ਵਰਤਣੀ ਹੈ। ਇਸ ਤੋਂ ਬਾਅਦ ਤੁਹਾਨੂੰ 30 ਸਵਾਲ ਕਰਵਾਇਆ ਕਰੂੰਗਾ 2 ਸ਼ਿਫਟਾਂ ਦੇ ਵਿੱਚ, ਬਸ ਕੰਪਲੀਟ ਹੈ ਕੰਮ ਆਪਣਾ। ਠੀਕ ਹੈ, ਘਬਰਾਉਣ ਦੀ ਕੋਈ ਲੋੜ ਨਹੀਂ। ਉਮਰ ਵਾਲਾ ਸਵਾਲ ਨਹੀਂ ਤੁਸੀਂ ਛੱਡ ਕੇ ਆਉਂਗੇ ਪੇਪਰ ਦੇ ਵਿੱਚ, ਨਾ ਮਿਲਾਵਟ ਵਾਲਾ ਛੱਡ ਕੇ ਆਉਂਗੇ। ਠੀਕ ਹੈ, ਬਸ ਇਹੀ ਗੱਲ ਕਰਨੀ ਸੀ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਧਦੇ ਰਹੋ। ਵੀ ਜ਼ਰੂਰ ਦੱਸਿਆ ਕੋਈ ਲੈਕਚਰ ਕਿਵੇਂ ਲੱਗਿਆ। ਧੰਨਵਾਦ।